ਸਾਹਿਬ ਹੋਰ ਕੀ ਚੀਜ਼ਾਂ ਜਿਹੜੀਆਂ ਵਿਰਸੇ ਵਿੱਚ ਸਿੱਖਾਂ ਨੇ ਦਿੱਤੀਆਂ ਆਮ ਮਨੁੱਖਤਾ ਨੂੰ? ਇਨਸਾਨ ਨੂੰ ਬਿਹਤਰ ਬਣਾਉਣ ਦੇ ਲਈ ਜਾਂ ਇਨਸਾਨ ਨੇ ਕਿੱਦਾਂ ਜ਼ਿੰਦਗੀ ਜੀਣੀ ਆ, ਉਹਦੇ ਲਈ 2-3 ਫਲਸਫੇ ਚੱਲਦੇ ਸੀ। ਇੱਕ ਫਲਸਫਾ ਉੱਥੇ ਇਹ ਹੁੰਦਾ ਸੀ ਕਿ ਜਾ ਕੇ ਜਿਹਨੂੰ ਆਪਾਂ ਇਹ ਕਹਿੰਦੇ ਸੀ ਗਿਆਨ ਮਾਰਗ, ਵੀ ਗਿਆਨ ਹਾਸਲ ਕਰੋ। ਜਿੱਦਾਂ ਹੁਣ ਕਈ ਗੱਲਾਂ ਸਿੰਘ ਸਾਹਿਬ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ, ਤੁਸੀਂ ਉਹ ਜਿਹੜੇ ਸ਼ਲੋਕ ਜਾਂ ਤੁਸੀਂ ਪੜ੍ਹਦੇ ਆ, ਤੁਸੀਂ ਉਹਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਇਹਨਾਂ ਦਾ ਕਰਤਾ ਆ ਉਹਦੇ ਦਿਮਾਗ ਦੇ ਵਿੱਚ ਉਸ ਵੇਲੇ ਕੀ ਗੱਲ ਸੀ। ਜਿੱਦਾਂ ਹੁਣ ਆਪਾਂ ਦੇਖੇ ਉਹ ਬਾਬਾ ਫਰੀਦ ਦੀ ਹੈਗੀ ਆ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਠੀਕ ਦੇਖ ਪਰਾਈ ਚੁੱਪੜੀ ਨਾ। ਹੁਣ ਤੁਸੀਂ ਜੇ ਇਸ ਪਰ ਦੇਖੋ, ਤੁਸੀਂ ਸਹਿਮਤ ਨਹੀਂ ਹੋਵੋਗੇ ਇਸ ਗੱਲ ਦੇ ਨਾਲ। ਤੁਸੀਂ ਕਹੋਗੇ ਵੀ ਨਹੀਂ ਇਹ ਤਾਂ ਵੀ ਸੁੱਖੀ ਮਿੱਸੀ ਦੀ ਖੁਰਾਕ ਤਾਂ ਵਧੀਆ ਖਾਣੀ ਚਾਹੀਦੀ ਹੈ। ਨਿਹੰਗ ਸੰਘ ਫੋਰਸ ਆ, ਉਹ ਇੱਕ ਖਾਲਸਾ ਮਿਲਟਰੀ ਆ। ਜੇ ਕੋਈ ਗੱਲ ਇਸ ਤਰ੍ਹਾਂ ਹੀ ਵਿਗੜ ਜਾਂਦੀ ਆ ਕਿ ਜਿਹੜੀ ਉਹ ਠੀਕ ਨਹੀਂ ਆ ਰਹੀ, ਤੇ ਨਾਲ ਮਿਲਟਰੀ ਵੀ ਆ। ਉਹ ਮਿਲਟਰੀ ਤੇ ਚਰਚ ਦਾ ਜਿਹੜਾ ਹੁਣ ਕੰਬੀਨੇਸ਼ਨ ਅਸੀਂ ਦੇਖ ਰਹੇ ਹਾਂ ਧਰਮ ਨੂੰ ਪ੍ਰੋਟੈਕਟ ਕਰਨ ਲਈ, ਇਹ ਵੀ ਮੇਰਾ ਖਿਆਲ ਹੈ ਇੱਕ ਸਿਧਾਂਤ ਉਦੋਂ ਲਾਗੂ ਕਰ ਦਿੱਤਾ ਗਿਆ। The Harjinder Thin Show। ਆਹ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਆ। ਸਿੱਖਾਂ ਦੇ ਵਿਰਸੇ ਬਾਰੇ, ਸਿੱਖਾਂ ਦੀ ਜਿਹੜੀ ਪਿਛੋਕੜ ਬਾਰੇ ਗੱਲਬਾਤ ਚੱਲ ਰਹੀ ਆ, ਅਤੇ ਹਰ ਪਹਿਲੂ ਦੇ ਉੱਤੋਂ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਰਹੀ। ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ? ਬੜੇ ਬੰਦੇ ਦੀ ਗੱਲ ਆ, ਮਹਾਨ ਤਾਂ ਚੀਜ਼ ਹੋਰ ਚੀਜ਼ ਹੈਗਾ। ਮੈਨੂੰ ਲਫ਼ਜ਼ ਬੜਾ ਬੰਦਾ ਵਰਤਣਾ ਚਾਹੀਦਾ ਸੀ, ਮੈਂ ਮਹਾਨ ਕਹਿੰਦਾ ਰਿਹਾ। ਖੈਰ ਆਈ ਐਮ ਸੌਰੀ ਫॉर ਦੈਟ। ਅੱਛਾ, ਹੁਣ ਆਪਾਂ ਜਿਹੜੇ ਹੈਗੇ ਆ ਜੀ, ਇਹ ਜਿੱਦਾਂ ਤੁਸੀਂ ਇਹ ਕਿਹਾ ਨਾ ਜੀ ਵੀ ਇਹ ਸਿੱਖ ਹੈਰੀਟੇਜ ਦੀ ਗੱਲ ਹੈ, ਮੇਰੇ ਖਿਆਲ 'ਚ ਇਹਦਾ ਮਤਲਬ ਹੈ ਵੀ ਸਿੱਖਿਜ਼ਮ ਨੇ ਕੀ ਦਿੱਤਾ ਲੋਕਾਂ ਨੂੰ, ਹਿਊਮੈਨਿਟੀ ਨੂੰ ਕੀ ਦਿੱਤਾ, ਇਨਸਾਨੀਅਤ ਨੂੰ ਕੀ ਦਿੱਤਾ ਸਿੱਖਾਂ ਨੂੰ, ਇਹ ਸਿੱਖ ਹੈਰੀਟੇਜ ਆ। ਸਿੱਖਿਜ਼ਮ ਨੇ ਕੀ ਦਿੱਤਾ ਜਾ ਕੇ, ਸਾਡਾ ਵਿਰਸਾ ਕੀ ਹੈ ਅਤੇ ਕਿਹੜੀਆਂ ਚੀਜ਼ਾਂ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਹੀ ਦਿੱਤੀਆਂ। ਮੇਰੇ ਖਿਆਲ ਦੇ ਵਿੱਚ ਜੇ ਆਪਾਂ ਇੱਦਾਂ ਗੱਲ ਕਰੀਏ, ਕਿਉਂਕਿ ਇਹ ਬਹੁਤ ਵੱਡਾ ਵਿਰਸਾ ਹੈ ਜੀ, ਬਹੁਤ ਵੱਡੀ ਵਿਰਾਸਤ ਹੈ। ਚਾਹੇ ਇਸ ਰਿਲੀਜਨ ਦੀ ਉਮਰ ਥੋੜ੍ਹੀ ਆ, ਪਰ ਇਹਦੀ ਦੇਣ ਬਹੁਤ ਜ਼ਿਆਦਾ ਹੈ ਇਨਸਾਨੀਅਤ ਨੂੰ। ਸੋ ਉਹਦੇ ਲਈ ਜਿੰਨੀ ਕੁ ਗੱਲ ਹੋ ਸਕੂਗੀ ਉਨੀ ਕੁ ਅੱਜ ਆਪਾਂ ਕਰਾਂਗੇ। ਫਿਰ ਕਿਤੇ ਵੀ ਉਦੋਂ ਤਾਂ ਆਪਾਂ ਕਰਦੇ ਰਹਿੰਦੇ, ਪਰ ਫਿਰ ਕਰਾਂਗੇ। ਹੁਣ ਵਿਰਸੇ ਦੇ ਵਿੱਚ ਜੇ ਪਹਿਲਾਂ ਆਪਾਂ ਮੇਰਾ ਖਿਆਲ ਫਿਲੋਸਫੀ ਦੇ ਪੱਖ 'ਚ ਦੇਖ ਲਈਏ ਵੀ ਫਲਸਫੇ ਦੇ ਵਿੱਚ ਇਹਨੇ ਕੀ ਦਿੱਤਾ, ਸਿਧਾਂਤ ਦੇ ਵਿੱਚ ਸਿੱਖਿਜ਼ਮ ਨੇ ਦੁਨੀਆ ਨੂੰ ਕੀ ਦਿੱਤਾ ਜਾ ਕੇ। ਇਹਦੇ ਵਿੱਚ ਜੇ ਆਪਾਂ ਦੇਖੀਏ ਜਾ ਕੇ, ਮੇਰੇ ਖਿਆਲ ਦੇ ਵਿੱਚ ਪਹਿਲਾਂ ਜੇ ਇਸ ਦੇਖਿਆ ਜਾਵੇ, ਇਹਨੇ ਇਨਸਾਨ ਦੀ ਗੱਲ ਕੀਤੀ ਆ। ਦੇਵੀ ਦੇਵਤਿਆਂ ਦੀ ਜਾਂ ਉੱਪਰਲਿਆਂ ਦੀ ਗੱਲ ਇੱਦਾਂ ਨਹੀਂ ਕੀਤੀ ਹੈਗੀ, ਜਾ ਕੇ ਇਨਸਾਨ ਦੀ ਮਾਨਸਿਕੀ ਜ਼ਾਤ ਦੀ ਗੱਲ ਕੀਤੀ ਹੈ, ਇੱਥੇ ਦੀ ਗੱਲ ਕੀਤੀ ਆ। ਇਹ ਇੱਕ ਬਹੁਤ ਵੱਡੀ ਦੇਣ ਆ, ਇੱਥੇ ਦੇ ਇਨਸਾਨਾਂ ਦੀ ਗੱਲ ਕੀਤੀ ਹੈ, ਜਾ ਕੇ ਉਹਨਾਂ ਬਾਰੇ ਦੱਸਿਆ ਜਾ ਕੇ। ਗੱਲ ਹੀ ਨਹੀਂ ਕੀਤੀ, ਸਗੋਂ ਉਹਨਾਂ ਇਨਸਾਨਾਂ ਨੂੰ, ਆਮ ਸਧਾਰਨ ਲੋਕਾਂ ਨੂੰ, ਸੰਗਤ ਨੂੰ ਵੱਡੀ ਕਿਹਾ। ਬਾਕੀ ਦੇ ਲੋਕਾਂ, ਬਾਕੀ ਦੇ ਜਿਹੜੇ ਗਰੁੱਪਸ, ਮੈਨੇਜਰਸ ਨੇ, ਮੈਨੇਜਿੰਗ ਜਿਹੜੀਆਂ ਪਾਵਰਸ ਨੇ, ਉਹਨਾਂ ਨਾਲੋਂ ਵੱਡੀ ਕਿਹਾ ਕਿ ਸੰਗਤ ਸਭ ਤੋਂ ਵੱਡੀ। ਬਿਲਕੁਲ ਆਈ ਐਗਰੀ ਜੀ। ਉਹਦੇ ਵਿੱਚ ਜਿਹੜਾ ਹੈਗਾ ਹੈ ਜੀ ਵੀ ਉਹ ਇਨਸਾਨ, ਇਹ ਫਲਸਫਾ ਜਿਹੜਾ ਹੈਗਾ ਇਸ ਦੁਨੀਆ 'ਚ ਰਹਿੰਦੇ ਦਾ ਇਹ ਫਲਸਫਾ ਦਿੱਤਾ। ਅੱਛਾ, ਇਹਦੇ ਨਾਲੇ ਜਿਹੜੀ ਗੱਲ ਆ ਉਹ ਇਹ ਆ ਵੀ ਇਹਨੂੰ ਉਹਨੇ ਹਾਊਸ ਹੋਲਡਰ ਦਾ ਰਿਲੀਜਨ ਬਣਾਇਆ। ਵੀ ਇਹ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਇਹਦਾ ਮਜ਼ਹਬ ਆ। ਇਹ ਛੱਡ ਕੇ ਜੰਗਲਾਂ ਵਿੱਚ, ਦਰਿਆਵਾਂ 'ਚ, ਪਹਾੜਾਂ 'ਚ ਜਾ ਕੇ ਤਪੱਸਿਆ ਕਰਨ ਦਾ ਰਿਲੀਜਨ ਨਹੀਂ ਹੈ। ਇਹ ਇੱਥੇ ਹੀ ਰਹਿੰਦਾ ਰਿਹਾ। ਇਸ ਅਬਾਈਡ ਪਿਓਰ ਅਮਿਡਸ ਦੀ ਇੰਪਿਓਰਿਟੀਜ਼ ਆਫ ਦੀ ਵਰਲਡ। ਦੁਨੀਆ ਦੇ ਵਿੱਚ ਰਹਿੰਦੇ ਹੋਏ, ਇਹਦੇ ਮਾੜੀਆਂ ਗੱਲਾਂ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਠੀਕ ਰੱਖਣਾ ਜਾ ਕੇ। ਇਹ ਇੱਕ ਵੱਡੀ ਗੱਲ ਦਿੱਤੀ ਉਹਨੇ ਵੀ ਗ੍ਰਸਤ ਦਾ ਧਰਮ ਆ। ਔਰ ਇਹਦੇ ਵਿੱਚ ਆਪਾਂ ਨੇ ਜਾ ਕੇ ਹਾਊਸ ਹੋਲਡਰ ਰਿਹਾ, ਤਿਆਗ ਦਾ ਧਰਮ ਨਹੀਂ ਹੈ, ਤਿਆਗ ਕਰਕੇ ਕਿਤੇ ਜਾਣ ਦਾ ਧਰਮ ਨਹੀਂ ਹੈ, ਇੱਥੇ ਰਹਿਣ ਦਾ ਧਰਮ ਆ। ਔਰ ਇੱਕ ਹੋਰ ਥਿੰਗ ਸਾਹਿਬ ਜਿਹੜੀ ਆ, ਜੋ ਮੈਨੂੰ ਲੱਗਦੀ ਹੈ, ਮੈਨੂੰ ਜਿਹੜੀ ਆ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਉਹ ਆ ਜਿਹੜਾ ਇਹਨੇ ਗੋਸ਼ਟੀ ਦਾ ਫਲਸਫਾ ਦਿੱਤਾ। ਵੀ ਜਦ ਤੁਸੀਂ ਕਿਸੇ ਚੀਜ਼ ਦਾ ਫੈਸਲਾ ਕਰਨਾ ਤਾਂ ਉਹ ਗੋਸ਼ਟੀ ਕਰੋ, ਤੇ ਉਹ 'ਤੇ ਤੁਸੀਂ ਆਪਸ ਵਿੱਚ ਗੱਲਬਾਤ ਕਰੋ। ਕੁਛ ਕਹੀਏ, ਕੁਛ ਸੁਣੀਏ, ਕੁਛ ਕਹੀਏ, ਕੁਛ ਸੁਣੀਏ। ਇਹਦੇ ਆ ਵੀ ਉਹ ਕੁਛ ਅਗਲੇ ਦੀ ਗੱਲ ਕਹੋ ਵੀ, ਸੁਣੋ ਵੀ ਗੱਲ ਜਾ ਕੇ, ਉਹਦੇ ਵਿੱਚ ਜਾ ਕੇ ਉਹਦੇ ਵਿੱਚੋਂ ਫਿਰ ਗੱਲ ਨਿਕਲਦੀ ਹੈ। ਠੀਕ ਹੈ। ਹੁਣ ਜੇ ਤੁਸੀਂ ਦੇਖੋ ਸਿੰਘ ਸਾਹਿਬ, ਮਾਰਕਸਿਸਟ ਐਨਾਲਿਸਿਸ ਕੀ ਹੈ? ਮਾਰਕਸਿਸਟ ਐਨਾਲਿਸਿਸ ਆ ਵੀ ਇੱਕ ਜਿਹੜਾ ਕੋਈ ਬੰਦਾ ਥੀਸਿਸ ਪੇਸ਼ ਕਰਦਾ, ਦੂਜਾ ਉਹਦੇ ਵਿੱਚ ਐਂਟੀ ਥੀਸਿਸ ਪੇਸ਼ ਕਰਦਾ। ਉਹ ਥੀਸਿਸ ਤੇ ਐਂਟੀ ਥੀਸਿਸ ਦਾ ਆਪਸ ਵਿੱਚ ਕਲੈਸ਼ ਹੁੰਦਾ, ਉਹਦੇ ਵਿੱਚੋਂ ਫਿਰ ਸਿੰਥੇਸਿਸ ਨਿਕਲਦਾ, ਫਿਰ ਸਿੰਥੇਸਿਸ ਗਾਹਾਂ ਜਾ ਕੇ ਥੀਸਿਸ ਬਣ ਜਾਂਦਾ। ਇਹੀ ਗੋਸ਼ਟੀ ਹੈ ਜੀ। ਵਿਚਾਰਾਂ ਦਾ ਵਿਰੋਧ ਵਿਕਾਸ ਬਣਦਾ, ਵਿਚਾਰਾਂ ਦਾ ਵਿਰੋਧ ਵਿਕਾਸ ਬਣ ਜਾਂਦਾ। ਇਹ ਹੁਣ ਜੇ ਉਹ ਕਹਿੰਦੇ ਆ ਤਾਂ ਇਹ ਉਹੀ ਗੱਲ ਆ ਜਿਹੜਾ ਸਿੱਖਿਜ਼ਮ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਪਹਿਲਾਂ, ਕੁਝ ਕਹੀਏ ਕੁਝ ਸੁਣੀਏ ਨਾਨਕ। ਉਹ ਇਹ ਆ ਵੀ ਤੁਸੀਂ ਜਿਹੜਾ ਫੈਸਲਾ ਕਰਨਾ, ਫੈਸਲਾ ਇੱਦਾਂ ਨਹੀਂ ਕਰਨਾ ਹੈ ਜਾ ਕੇ ਵੀ ਮੈਂ ਕਹਿਤਾ ਤੁਸੀਂ ਮੰਨ ਲਈ, ਇੱਦਾਂ ਨਹੀਂ ਹੈ ਜਾ ਕੇ।
ਇਹ ਗੋਸ਼ਟੀ ਕਰੋ। ਹੁਣ ਤੁਸੀਂ ਜੇ ਦੇਖਿਆ ਪਿੱਛੇ ਥੋੜ੍ਹਾ ਜਿਹਾ ਨਿਗਾਹ ਮਾਰੀਏ ਸਿੱਖ ਹਿਸਟਰੀ 'ਤੇ, ਗੁਰੂ ਸਾਹਿਬ ਨੇ ਕਿੰਨੇ ਸਾਲ ਔਰ ਕਿੰਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਗੋਸ਼ਟੀ ਕਰਦਿਆਂ ਨਹੀਂ ਕੀਤਾ। ਇੱਥੇ ਵੀ ਜਾਣਾ, ਹਿੰਦੂ ਫਿਲੋਸਫਰਾਂ ਨਾਲ ਵੀ, ਇਸਲਾਮਿਕ ਫਿਲੋਸਫਰਾਂ ਨਾਲ, ਯੋਗੀਆਂ ਨਾਲ ਵੀ, ਸਿੱਧਾਂ ਨਾਲ ਵੀ, ਫਲਾਨਿਆਂ ਨਾਲ ਵੀ, ਸਾਰਿਆਂ ਨਾਲ ਗੋਸ਼ਟੀ ਕਰ ਕਰਕੇ ਫਿਰ ਇੱਕ ਸਿਧਾਂਤ ਕੱਢਿਆ ਵੀ ਇਹ ਵੀ ਆਹ ਤਾਂ ਹਾਊਸ ਹੋਲਡਰ ਦਾ ਸਿਧਾਂਤ ਇਹੀ ਠੀਕ ਹੈ ਜਾ ਕੇ ਜਿਹੜੀ ਇੱਥੇ ਕਰੇ। ਸੋ ਇਹ ਜਿਹੜਾ ਗੋਸ਼ਟੀ ਦਾ ਸਿਧਾਂਤ ਦਿੱਤਾ, ਇਹ ਮੈਂ ਪਹਿਲਾਂ ਵੀ ਰਿਲੀਜਨਾਂ ਦੇ ਚਾਹੇ, ਪਰ ਪਹਿਲੇ ਰਿਲੀਜਨਾਂ ਨੇ ਵੀ ਵਿੱਚ ਦਿੱਤਾ, ਪਰ ਐਦਾਂ ਬੰਨ੍ਹ ਕੇ ਨਹੀਂ ਦਿੱਤਾ ਹੈ ਜਾ ਕੇ ਜਿੱਦਾਂ ਵੀ ਆਹ ਇੱਦਾਂ ਹੀ ਕਰਨਾ ਜਿਹੜਾ ਹੈਗਾ ਜਾ ਕੇ। ਸੋ ਇੱਕ ਮੈਂ ਸਮਝਦਾ ਇਹ ਬੜਾ ਵਿਰਸਾ ਆ ਜਿਹੜਾ ਇੱਕ ਗੋਸ਼ਟੀ ਦਾ ਸਿਧਾਂਤ ਉਹਨੂੰ ਦੇ ਦਿੱਤਾ ਵੀ ਇੱਦਾਂ ਜਿਹੜੀ ਹੈਗੀ ਇਹ ਚਲਾਉਣਾ ਹੈ ਗੱਲ। ਫਿਰ ਸਿੰਘ ਸਾਹਿਬ ਅੱਗੇ ਆ ਜਾਈਏ। ਹੁਣ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਪਹਿਲਾਂ ਤੋਂ ਹੀ ਆ, ਇਹ ਪਹਿਲੇ ਗੁਰੂ ਸਾਹਿਬ ਦੇ ਆਉਣ ਦੇ ਨਾਲ ਇਹ ਹੋਈਆਂ ਜਾ ਕੇ। ਫਿਰ ਇਹ ਹੌਲੀ ਹੌਲੀ ਮੇਰੇ ਖਿਆਲ ਦੇ ਵਿੱਚ ਇੱਕ ਸਿੱਖ ਫਲਸਫੇ ਦੇ ਵਿੱਚ ਇੱਕ ਮੇਜਰ ਜਿੱਦਾਂ ਕਹਿ ਲਓ ਇੱਕ ਐਡਵਾਂਸਮੈਂਟ ਜਿਹੜੀ ਹੋਈ ਹੈ ਜਾ ਕੇ, ਉਹ ਫਿਰ ਖਾਲਸੇ ਦੀ ਕ੍ਰੀਏਸ਼ਨ ਨਾਲ ਹੋਈ ਹੈ। ਉੱਥੇ ਫਿਰ ਕਈ ਬਹੁਤ ਮੇਜਰ, ਮੈਂ ਉਹਨਾਂ ਨੂੰ ਤਬਦੀਲੀਆਂ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਐਵੋਲੂਸ਼ਨ ਕਹਿ ਦਿੰਦਾ ਜਾ ਕੇ। ਜਿੱਦਾਂ ਹੁਣ ਇੰਦੂ ਭੂਸ਼ਣ ਵੈਦਰ ਜੀ ਨੇ ਪੜ੍ਹ ਲੈਣ ਜਿਹੜੇ ਬੰਦੇ ਇਹਦੇ ਵਿੱਚ ਇੰਟਰਸਟਡ ਆ, ਉਹ 2 ਵੋਲੀਅਮ ਲਿਖਿਆ ਐਵੋਲੂਸ਼ਨ ਆਫ ਖਾਲਸਾ, ਬਹੁਤ ਵਧੀਆ ਕਿਤਾਬਾਂ ਆ ਉਹ ਦੇ ਗਿਆ। ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਖਾਲਸਾ ਆ ਉਹਨੇ ਇੱਦਾਂ ਨਹੀਂ ਕਿਹਾ ਵੀ ਸਡਨ ਬਣਿਆ, ਅਵੋਲਵ ਹੋਇਆ ਹੈ ਹੌਲੀ ਹੌਲੀ ਹੋਇਆ ਜਾ ਕੇ। ਹੁਣ ਉਹਦੇ ਵਿੱਚ ਜਿਸ ਵੇਲੇ ਸਿੱਖ ਐਵੋਲੂਸ਼ਨ ਆਫ ਖਾਲਸਾ ਨੇ ਸਿੱਖ ਫਿਲੋਸਫੀ ਦੇ ਵਿੱਚ ਕੀ ਵਾਧਾ ਕੀਤਾ, ਉਹ ਮੈਂ ਕਹਿੰਦਾ ਸਿੱਖ ਫਿਲੋਸਫੀ ਦੇ ਵਿੱਚ ਉਹਨੇ ਇਹ ਵਾਧਾ ਕੀਤਾ। ਪਹਿਲਾਂ ਤਾਂ ਉਹਨੇ ਇਹ ਕਿਹਾ ਵੀ ਕੋਲੈਕਟਿਵ ਲੀਡਰਸ਼ਿਪ ਦਾ ਵਾਧਾ ਕੀਤਾ। ਇਹ ਗੁਰੂਸ਼ਿਪ ਦਾ ਕੌਨਸੈਪਟ ਹੀ ਬਦਲ ਗਿਆ, ਕੌਨਸੈਪਟ ਹੋਰ ਹੋ ਗਿਆ, ਅਵੋਲਵ ਹੋ ਗਿਆ, ਬਦਲਿਆ ਨਹੀਂ ਮੈਂ ਲਫ਼ਜ਼ ਵਰਤਦਾ, ਮੈਂ ਅਵੋਲਵ ਹੋ ਗਿਆ। 5 ਪਿਆਰਿਆਂ ਦੀ ਸ਼ਕਤੀ ਦੇ ਦਿੱਤੀ ਸਾਰੀ, ਕੋਲੈਕਟਿਵ ਲੀਡਰਸ਼ਿਪ ਕਰ ਦਿੱਤੀ ਜੀ। ਵੀ ਇਹ ਵੀ ਇੱਦਾਂ ਨਹੀਂ ਹੈ ਵੀ ਸਾਰੀ ਪਾਵਰ ਜਿਹੜੀ ਗੁਰੂ ਕੋਲ ਆ, ਨਹੀਂ, ਗੁਰੂ ਤੋਂ ਉੱਪਰ ਵੀ ਇੱਕ ਪਾਵਰ ਹੈਗੀ ਆ। ਉਹ ਪਾਵਰ ਜਿਹੜੀ ਹੈਗੀ ਆ ਉਹ ਹੈਗੀ ਆ 5 ਪਿਆਰਿਆਂ ਦੀ ਕਹਿ ਲਓ, ਉਹ 5 ਪਿਆਰਿਆਂ ਦੇ ਉੱਪਰ ਵੀ ਇੱਕ ਪਾਵਰ ਹੈਗੀ ਆ, ਉਹ ਹੈਗੀ ਸੰਗਤ ਦੀ ਪਾਵਰ ਜਾ ਕੇ। ਠੀਕ ਹੈ। ਸੋ ਇੱਕ ਇਹੋ ਜਿਹਾ ਸਿਸਟਮ ਬਣਾਤਾ ਜਿਹਦੇ ਵਿੱਚ ਇੱਕ ਦੇ ਹੱਥ ਨਹੀਂ ਰਹਿਣ ਦਿੱਤੀ ਗੱਲ ਜਾ ਕੇ ਵੀ ਇੱਕ ਦੇ ਕੋਲ ਹੀ ਹੈਗੀ ਆ। ਕੋਲੈਕਟਿਵ ਲੀਡਰਸ਼ਿਪ ਦਾ ਸਿੰਘ ਸਾਹਿਬ ਮੇਰੇ ਖਿਆਲ ਜਿੰਨੀ ਕੁ ਮੈਂ ਹਿਸਟਰੀ ਪੜ੍ਹੀ ਆ, ਜਿੰਨਾ ਕੁ ਮੇਰਾ ਹਿਸਟਰੀ ਦਾ ਗਿਆਨ ਆ, ਦੁਨੀਆ ਵਿੱਚ ਕਿਸੇ ਵੀ ਧਾਰਮਿਕ ਲੀਡਰ, ਕਿਸੇ ਵੀ ਪੋਲੀਟੀਕਲ ਲੀਡਰ ਜਾਂ ਕਿਸੇ ਵੀ ਹੋਰ ਕਿਸਮ ਦੇ ਲੀਡਰ ਨੇ ਆਪਣੇ ਤੋਂ ਆਪਣੇ ਹੇਠਾਂ ਨਹੀਂ ਕੀਤਾ ਵੀ ਮੈਂ ਤੁਹਾਤੋਂ ਹੇਠਾਂ ਆ। ਲੀਡਰ ਹੇਠਾਂ ਨਹੀਂ ਕਰਦਾ ਆਪਣੇ ਆਪ ਨੂੰ, ਲੀਡਰ ਤੋਂ ਉੱਪਰ ਆ। ਉਹਨੇ ਕਿਹਾ ਨਹੀਂ ਬਈ ਤੁਸੀਂ ਗੁਰਚੇਲਾ ਹੀ ਗੱਲ ਨਹੀਂ ਹੈ, ਤੁਸੀਂ ਮੈਨੂੰ ਵੀ ਆਰਡਰ ਕਰ ਸਕਦੇ ਆ। ਠੀਕ ਹੈ, ਤੁਸੀਂ ਮੈਨੂੰ ਵੀ ਕਰਦਾ, ਮੈਂ ਮੇਰੇ 'ਚ ਇੰਨੀ ਪਾਵਰ ਨਹੀਂ ਹੈ ਵੀ ਤੁਹਾਡੀ ਪਾਵਰ ਨੂੰ ਲੱਦਦੇ ਆ। ਸੰਗਤ ਵੀ ਵਿਸਵੇ, ਹਾਂ, ਉਹ ਸੰਗਤ ਉਹਦੋਂ ਵੀ ਉੱਪਰ ਹੈ ਜਾ ਕੇ। ਸੋ ਇਹ ਇੱਕ ਉਹੋ ਜਿਹਾ ਸਿਧਾਂਤ ਸੀ ਜਿਹੜਾ ਮੈਨੂੰ ਹਿਸਟਰੀ 'ਚ ਨਹੀਂ ਲੱਭਾ ਹੈ ਜਾ ਕੇ ਵੀ ਕਿਸੇ ਵੀ ਲੀਡਰ ਨੇ ਇਹ ਕਿਹਾ ਹੋਵੇ ਵੀ ਨਹੀਂ ਵੀ ਮੈਂ ਨਹੀਂ, ਮੈਨੂੰ ਹੁਕਮ ਕਰ ਸਕਦੇ ਤੁਸੀਂ। ਇੱਕ ਵਾਰੀ ਤੁਸੀਂ ਇਹ ਵੀ ਦੱਸਿਆ ਸੀ ਵੀ ਬੇਸਿਕਲੀ ਇਹ ਫੰਡਾਮੈਂਟਲ ਸੀ ਜਿਹੜਾ ਬਾਅਦ ਜਾ ਕੇ ਡੈਮੋਕ੍ਰੇਸੀ ਦਾ ਨਾਂ, ਜਮਹੂਰੀਅਤ ਦਾ ਨਾਂ ਲੈ ਗਿਆ। ਜਿਹੜਾ ਜਮਹੂਰੀਅਤ ਦੀ ਨੀਂਦ ਦਰਅਸਲ ਉਦੋਂ ਹੀ ਰੱਖੀ ਗਈ ਜਦੋਂ ਸੰਗਤ ਨੂੰ ਮਹਾਨ ਕਿਹਾ ਗਿਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਿਆਰਿਆਂ ਤੋਂ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਹੁਣ ਹਾਂ, 5 ਪਾਵਰ ਜਿਹੜੀ ਆ ਹੁਣ 5 ਪਿਆਰਿਆਂ ਕੋਲ। ਤੁਸੀਂ ਦੇਖੋ ਨਾ ਸਭ ਜਿਹੜੀ ਆ ਤੁਹਾਡੀ ਗੱਲ ਆ, ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ। ਤੁਸੀਂ ਦੇਖੋ ਨਾ ਸੰਗਤ ਕੀ ਆ, ਸੰਗਤ ਹੈਗੇ ਆ ਲੋਕ, ਸੰਗਤ ਹੈਗੇ ਲੋਕ। 5 ਪਿਆਰੇ ਕੀ ਆ, 5 ਪਿਆਰੇ ਉੱਪਰ ਐਗਜ਼ੈਕਟਿਵ ਪਾਵਰ ਆ ਗਈ ਉਹਨਾਂ ਦੀ। ਠੀਕ ਹੈ ਨਾ ਜੀ। ਉਹ ਜਿਹੜੇ ਹੈਗੇ ਆ ਸੰਗਤ ਜਿਹੜੇ ਹੈਗੇ ਆ ਉਹ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਬੁਲਾਉਣਾ ਜਿਹੜਾ ਉਹ ਸੌਖਾ ਸੀ, ਕਿਉਂਕਿ ਉਸ ਵੇਲੇ ਗਿਣਤੀ ਬਹੁਤ ਥੋੜ੍ਹੀ ਸੀਗੀ ਔਰ ਸਰਬੱਤ ਖਾਲਸੇ ਸਾਰੇ ਹੀ ਲੋਕ ਆ ਜਾਂਦੇ ਹੁੰਦੇ ਸੀ ਉਸ। ਠੀਕ ਹੈ ਨਾ ਜੀ। ਉਹ ਜਿਹੜੀ ਸੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੁਸੀਂ ਕਹਿ ਸਕਦੇ ਹਾਂ ਵੀ ਲੋਕਲ ਡੈਮੋਕ੍ਰੇਸੀ ਜਾਂ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਹਿਲਾਂ ਮੇਰਾ ਖਿਆਲ ਆ ਸਿੰਘ ਸਾਹਿਬ ਜਿਹੜੀ ਜੇ ਮੈਨੂੰ ਤੁਸੀਂ ਪੁੱਛੋ ਜਾ ਕੇ ਤਾਂ ਪਹਿਲੀ ਜਿਹੜੀ ਸੰਗਤ ਸਰਬੱਤ ਖਾਲਸੇ ਦੀ ਮੀਟਿੰਗ ਹੋਈ ਆ ਉਹ 1699 'ਚ ਹੋਈ ਹੈ। ਸਰਬੱਤ ਖਾਲਸੇ ਦਾ ਪਹਿਲਾ ਜਿਹੜਾ ਹੋਇਆ ਉਹ 1699 ਦਾ ਉੱਥੇ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਆਪਾਂ ਦੂਏ ਪਾਸੇ ਨਾਲ ਚੱਲ ਜਾਈਏ। ਪਹਿਲਾਂ ਮੈਂ ਇਹ ਦੱਸ ਦੇਵਾਂ ਵੀ ਇਹ ਦੱਸਿਆ ਗਿਆ ਜਾ ਕੇ ਵੀ ਲੀਡਰਸ਼ਿਪ ਕੋਲੈਕਟਿਵ ਲੀਡਰਸ਼ਿਪ ਆ, ਇਹ ਇੱਕ ਬੰਦੇ ਦੇ ਹੱਥ ਦੀ ਲੀਡਰਸ਼ਿਪ ਨਹੀਂ ਹੈ ਜਾ ਕੇ। ਸੋ ਮੈਂ ਤਾਂ ਹੀ ਕਿਹਾ ਸੀਗਾ ਵੀ ਚਾਹੇ ਜਾ ਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀਗਾ ਉਹ ਸਿੱਖੀ ਵਿੱਚ ਬਾਦਸ਼ਾਹਤ ਦਾ ਕੌਨਸੈਪਟ ਹੈ ਨਹੀਂ, ਸਿੱਖਾਂ ਦੇ ਵਿੱਚ ਨਹੀਂ ਹੈ ਨਹੀਂ ਵੀ ਕੋਈ ਮਹਾਰਾਜਾ ਬਣੂਗਾ। ਉਹ ਕਿਉਂ ਬਣੇ ਜੀ?
ਕਿਉਂਕਿ ਹੁਣ ਫੇਰ ਮੈਂ ਰਿਪੀਟ ਕਰਦਾ, ਉੱਦਾਂ ਆਪਾਂ ਇੱਕ ਵਾਰ ਕੀਤੀ ਸੀ ਗੱਲ, ਉਸ ਵੇਲੇ ਜਿਹੜਾ ਸਰਬੱਤ ਖਾਲਸਾ ਦਾ ਔਰ ਸੰਗਤ ਦਾ ਔਰ ਗੁਰਮਤਿ ਦਾ ਸਿਧਾਂਤ 1699 ਦੀ ਵਿਸਾਖੀ ਨੂੰ ਦਿੱਤਾ ਗਿਆ, ਉਹ ਮਿਸਲ ਪੀਰੀਅਡ ਦੇ ਵਿੱਚ ਕੋਸ਼ਿਸ਼ ਕੀਤੀ ਗਈ ਲਾਗੂ ਕਰਨ ਦੀ। ਉਹ ਨਹੀਂ ਕੋਸ਼ਿਸ਼ ਕੀਤੀ ਉੱਦਾਂ ਹੀ ਸਰਬੱਤ ਖਾਲਸਾ ਬੁਲਾਉਣ ਦੀ, ਉੱਦਾਂ ਹੀ ਗੁਰਮਤਾ ਕਰਨ ਦੀ, ਉੱਦਾਂ ਹੀ ਫੈਸਲੇ ਕਰਨ ਦੀ ਕੀਤੀ ਗੱਲ, ਪਰ ਉਹ ਸਫਲ ਨਹੀਂ ਹੋਈ ਉਹਨਾਂ ਚਿਰ, ਕਿਉਂਕਿ ਉਹ ਸਮੇਂ ਤੋਂ ਪਹਿਲਾਂ ਦੀ ਗੱਲ ਸੀ, ਉਹ ਅੱਜ ਦੀ ਗੱਲ ਆ। ਹੁਣ ਸਫਲ ਹੋਊਗੀ, ਉਹ ਹੁਣ ਸਫਲ ਹੋ ਰਹੀ ਆ, ਆ ਸਾਰੀ ਦੁਨੀਆ 'ਚ ਹੋ ਰਹੀ ਆ। ਸੋ ਜਿਹੜਾ ਵਿਰਾਸਤ ਦੀ ਗੱਲ ਕਰਦੇ ਹਾਂ ਆਪਾਂ, ਇਹ ਵਿਰਸਾ ਸਿੱਖਾਂ ਦੇ ਸਿੱਖੀਜ਼ਮ ਨੂੰ ਨਹੀਂ ਦਿੱਤਾ, ਸਾਰੀ ਦੁਨੀਆ ਦੇ ਵਿੱਚ ਇਹ ਜਿਹੜੀ ਹੈ ਸਿਧਾਂਤ ਹੁਣ ਇਸ ਵੇਲੇ ਫੈਲ ਰਿਹਾ ਔਰ ਚੱਲ ਰਿਹਾ, ਉਹਦੇ ਆਧਾਰ ਤੇ ਕੈਨੇਡਾ ਚੱਲ ਰਿਹਾ, ਉਹਦੇ ਆਧਾਰ ਦੇ ਉੱਤੇ ਅਮਰੀਕਾ ਚੱਲ ਰਿਹਾ, ਇਹਨੂੰ ਬਿਹਤਰ ਸਮਝਿਆ ਜਾ ਰਿਹਾ, ਬਾਕੀ ਔਰ ਇਹਨੂੰ ਬਿਹਤਰ ਸਮਝਿਆ ਜਾ ਰਿਹਾ ਜਾ ਕੇ। ਸੋ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਕਿਉਂ ਹੈ? ਕਿਉਂਕਿ ਉਹ ਸਫਲ ਨਹੀਂ ਹੋ ਸਕਿਆ। ਸੋ ਜਿਸ ਵੇਲੇ ਨਹੀਂ ਸਫਲ ਹੋ ਸਕਿਆ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਕਰਕੇ ਜਿੰਨਾ ਕੁ ਫਿਰ ਸਿੱਖੀਜ਼ਮ ਦੇ ਮੁਤਾਬਕ ਚਲਾਇਆ ਜਾ ਸਕਦਾ ਸੀ, ਉਹਨੇ ਫਿਰ ਚਲਾਇਆ, ਕਿਉਂਕਿ ਪਹਿਲਾਂ ਸਮੇਂ ਤੋਂ ਪਹਿਲਾਂ ਦੀ ਗੱਲ ਸੀਗੀ। ਸੋ ਇੱਕ ਤਾਂ ਇਹ ਅਸੀਂ ਵੀ ਜਿਹੜੀ ਕਲੈਕਟਿਵ ਲੀਡਰਸ਼ਿਪ ਵਾਲੀ ਗੱਲ ਸੀਗੀ, ਉਹ ਜਿਹੜੀ ਹੈਗੀ ਆ ਸਿੱਖੀਜ਼ਮ ਨੂੰ ਉਸ ਸਮੇਂ ਜਾਣੀ ਹੈਗੀ ਜਿਹੜੀ ਮਿਲੀ ਆ ਜਾ ਕੇ। ਔਰ ਇਹਦਾ ਜਿਹੜਾ ਹੈਗਾ ਆ ਡੈਮੋਕ੍ਰੈਟਿਕ ਆਧਾਰ ਆ, ਜਿਹੜੀ ਤੁਸੀਂ ਡੈਮੋਕ੍ਰੈਟਿਕ ਆਧਾਰ ਆ ਜਿਹੜਾ ਦੁਨੀਆ ਦੇ ਵਿੱਚ ਹੁਣ ਤੱਕ ਇਹ ਚੱਲਦਾ। ਇਹ ਜਿਹੜਾ ਹੈਗਾ, ਇਹ ਹੁਣ ਤੁਸੀਂ ਉਸ ਵੇਲੇ ਵੀ ਦੇਖੋ ਨਾ ਜੀ, ਜੇ ਆਪਾਂ ਉਸ ਸਮੇਂ ਨੂੰ ਲਈਏ, ਈਵਨ ਹੁਣ ਵੀ ਤੁਸੀਂ ਹੈਗਾ, ਉਸ ਵੇਲੇ ਜ਼ਾਤ ਪਾਤ ਦਾ ਜ਼ੋਰ ਬਹੁਤ ਸੀ। ਸੋ ਇੱਥੇ ਇਹਦੇ ਨਾਲ ਜਿਹੜਾ ਹੈਗਾ, ਜਿਹੜਾ ਅੱਜ ਕੱਲ੍ਹ ਸਾਰੀ ਦੁਨੀਆ ਇਹਨੂੰ ਲਾਗੂ ਕਰਨ ਦੇ ਲਈ ਜ਼ੋਰ ਲਾ ਰਹੀ ਆ, ਸੈਕੂਲਰਿਜ਼ਮ ਦਾ ਜਿਹੜਾ ਹੈਗਾ, ਡਾਇਵਰਸਿਟੀ, ਇਕੁਐਲਿਟੀ ਤੇ ਇਨਕਲੂਜਨ, ਠੀਕ ਹੈ, ਇਹੀ ਸਿਧਾਂਤ ਸੀ। ਉਹ ਵੀ ਸਾਰੇ ਬਰਾਬਰ ਨੇ ਸਾਰੇ ਇਨਸਾਨ। ਉਹ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹੀ ਗੱਲ ਸੀ। ਉਹਦੇ ਵਿੱਚ ਹੁਣ ਤੁਸੀਂ ਦੇਖੋ ਨਾ ਜੀ, ਜਿਹੜਾ ਸੈਕੂਲਰਿਜ਼ਮ ਦਾ ਆਪਾਂ ਕਹਿ ਦਿੰਦੇ ਹਾਂ ਜੀ ਵੀ ਸਰਵ ਧਰਮ ਜਿਹੜਾ ਹੈ ਸੈਕੂਲਰ, ਸਾਰੇ ਧਰਮ ਵਿੱਚ, ਉਹ ਸੈਕੂਲਰਿਜ਼ਮ ਦੀ ਗੱਲ ਉਸ ਵੇਲੇ ਕੀਤੀ ਗਈ ਜਾ ਕੇ। ਹੁਣ ਜੇ ਆਪਾਂ ਉਹ 'ਤੇ ਨਿਗਾਹ ਮਾਰੀਏ ਵੀ 5 ਪਿਆਰਿਆਂ ਨੂੰ ਜਿਹੜਾ ਚੁਣਿਆ ਗਿਆ, 5 ਪਿਆਰਿਆਂ ਦੀ ਚੋਣ ਕਰਨ ਦੇ ਵੇਲੇ ਵਿੱਚ ਵੀ ਇੱਦਾਂ ਨਹੀਂ ਆ ਪਿਆ ਸਵਰਨ ਜਾਤੀ ਦੇ ਬੰਦੇ ਹੋਣੇ ਆ ਉਹ ਜਾ ਕੇ, ਉਹ ਇੱਦਾਂ ਨਹੀਂ ਹੋਣੇ ਆ ਜਾ ਕੇ। ਉਹ ਤਾਂ ਜੇ ਤੁਸੀਂ ਹੁਣ ਵਿਸਥਾਰ ਵਿੱਚ ਨਹੀਂ ਜਾਣਾ, ਸਾਰਿਆਂ ਧਰਮਾਂ ਦੇ ਵਿੱਚੋਂ, ਸਾਰੀਆਂ ਜ਼ਾਤਾਂ ਦੇ ਵਿੱਚੋਂ, ਸਾਰੇ ਸੂਬਿਆਂ ਦੇ ਵਿੱਚੋਂ, ਆਮ ਪਬਲਿਕ ਦੇ ਵਿੱਚੋਂ ਜਿਹੜੇ ਹੈਗੇ ਆ ਉਹ ਬੰਦੇ ਲਏ ਗਏ ਔਰ ਉਹਨਾਂ ਨੂੰ ਲੀਡਰ ਬਣਾਇਆ ਗਿਆ। ਉਹ ਜਿਹੜੀ ਹੈ, ਇਹ ਇੱਕ ਜਿਹੜੀ ਹੈਗੀ ਆ ਅਸੀਂ ਸਮਝਦੇ ਹਾਂ। ਅੱਜ ਕੱਲ੍ਹ ਵੀ ਥਨ ਸਾਹਿਬ ਰੌਲਾ ਪਿਆ, ਹੁਣ ਰੌਲਾ ਪਈ ਜਾਂਦੇ ਆ ਵੀ ਮੁਲਕ ਜਿਹੜੇ ਸੈਕੂਲਰ ਨਹੀਂ ਹੈ ਜਾ ਕੇ ਹੁਣ ਆਪਣਾ ਮਜ਼ਹਬ ਠੋਸਣ ਦੀ ਕੋਸ਼ਿਸ਼ ਕਰਦੇ ਆ। ਥਨ ਸਾਹਿਬ ਇੱਕ ਮੈਂ ਤੁਹਾਨੂੰ ਦੱਸ ਦਿਆਂ, ਸਿੱਖੀਜ਼ਮ ਦੇ ਵਿੱਚ ਸਾਰੇ ਹੀ ਸਿੱਖੀਜ਼ਮ ਦੇ ਇਤਿਹਾਸ ਦੇ ਵਿੱਚ 500-600 ਸਾਲ ਦੇ ਇਤਿਹਾਸ ਦੇ ਵਿੱਚ ਇੱਕ ਵੀ ਫੋਰਸਡ ਕਨਵਰਸ਼ਨ ਨਹੀਂ ਹੋਈ। ਜ਼ਬਰਦਸਤੀ ਧਰਮ ਕਿਸੇ ਦਾ ਬਦਲੇ, ਕਿਸੇ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ, ਠੀਕ ਹੈ ਨਾ ਜੀ। ਤਾਂ ਇਹ ਦੇਖੋ, ਮੈਂ ਜੇ ਤੁਸੀਂ ਮੈਨੂੰ ਪੁੱਛੋ ਤੂੰ ਵੀ ਸਿੱਖ ਆ ਜਾਂ ਮੈਂ ਕੋਈ ਸਿੱਖੀ ਦਾ ਪ੍ਰਚਾਰਕ ਨਹੀਂ ਹੈ ਜਾ ਕੇ, ਨਾ ਮੈਂ ਜੇ ਹੈ ਵੀ ਮੈਂ ਸਿੱਖੀ ਦਾ ਪ੍ਰਚਾਰਕ ਕਰਦਾ ਜਾ ਕੇ। ਹਿਸਟਰੀ ਦੱਸਦੀ ਹੈ, ਮੈਂ ਤਾਂ ਹਿਸਟਰੀ ਦੇ ਦੱਸਦੇ ਹਾਂ ਅਤੇ ਉਹ ਹਿਸਾਬ ਨਾਲ ਦੱਸਦੇ ਹਾਂ। ਮੈਂ ਤਾਂ ਜੋ ਹਿਸਟਰੀ ਦੇ ਵਿੱਚੋਂ ਸਿੱਖ ਹਿਸਟਰੀ ਦੇ ਵਿੱਚੋਂ ਪੜ੍ਹਿਆ, ਸੁਣਿਆ, ਸਿੱਖਿਆ, ਉਹ ਦੱਸ ਰਿਹਾ ਜਾ ਕੇ। ਔਰ ਜੇ ਕੋਈ ਹੈਗਾ ਮੇਰੇ ਨਾਲ ਗੱਲ ਕਰ ਲਵੇ ਇਸ ਗੱਲ ਦੇ ਉੱਤੇ ਜਾ ਕੇ ਵੀ ਇੱਕ ਵੀ ਫੋਰਸ ਕਨਵਰਸ਼ਨ ਨਹੀਂ ਹੋਈ, ਜਦ ਕਿ ਸਿੱਖੀਜ਼ਮ ਦਾ ਜਨਮ ਉਸ ਵੇਲੇ ਹੋ ਰਿਹਾ ਸੀ ਜਿਸ ਵੇਲੇ ਜ਼ਬਰਦਸਤੀ ਧਰਮ ਬਦਲਵਾਏ ਜਾਂਦੇ ਸੀਗੇ। ਪਹਿਲਾਂ ਵੀ ਬਦਲਵਾਏ ਜਾਂਦੇ ਰਹੇ, ਇਕੱਲਾ ਇਸਲਾਮ 'ਚ ਹੀ ਨਹੀਂ ਹੈ, ਪਹਿਲਿਆਂ ਧਰਮਾਂ 'ਚ ਵੀ ਹੁੰਦਾ ਰਿਹਾ ਕਿ ਜ਼ਬਰਦਸਤੀ ਧਰਮ ਆ। ਬੋਧੀਆਂ ਤਾਂ ਹਿੰਦੂਆਂ ਦੀਆਂ ਲੜਾਈਆਂ ਵੀ ਹੁੰਦੀਆਂ ਰਹੀਆਂ ਜਾ ਕੇ, ਇੱਦਾਂ ਫੇਰ ਕਿਤੇ ਗੱਲ ਕਰਾਂਗੇ ਜਾ ਕੇ। ਸੋ ਸਿੱਖੀਜ਼ਮ ਦੇ ਵਿੱਚ ਫੋਰਸਡ ਕਨਵਰਸ਼ਨ ਨਹੀਂ ਕਦੇ ਹੋਈ ਹੈ। ਸੋ ਜੇ ਆਪਾਂ ਹੈਰੀਟੇਜ ਦੀ ਗੱਲ ਕਰਦੇ ਹਾਂ, ਵਿਰਸੇ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਇਕੁਐਲਿਟੀ, ਇਨਕਲੂਜਨ ਦੀ ਗੱਲ ਹੈ, ਇਸ ਦੇ ਵਿੱਚ ਗੋਸ਼ਟੀ ਦੀ ਗੱਲ ਹੈ, ਇਸ ਵੇਲੇ ਗੋਸ਼ਟੀ ਦੀ ਗੱਲ ਹੈ, ਡਿਸਕਸ ਕਰਨ ਦੀ, ਵਿਚਾਰਾਂ ਦੇ ਵਿਰੋਧ ਦੇ ਬਾਵਜੂਦ ਕੋਈ ਗੱਲ ਡਿਸਕਸ ਕਰਕੇ ਕਿਸੇ ਫੈਸਲੇ ਤੇ ਪਹੁੰਚਣਾ। ਹਾਂਜੀ, ਇਸ ਦੀ ਗੱਲ ਆਉਂਦੀ ਹੈ, ਇਸ ਦੀ ਗੱਲ ਆਉਂਦੀ ਹੈ। ਫਿਰ ਉਹਦੇ ਵਿੱਚ ਤੁਹਾਨੂੰ ਥਨ ਸਾਹਿਬ ਮੈਂ ਹੋਰ ਗੱਲ ਤੁਹਾਨੂੰ ਦੱਸਦਾ ਜਾ ਕੇ, ਜਿਹਦੇ ਵਿੱਚ ਇੱਥੇ ਜਿਹੜੀ ਹੈਗੀ ਆ ਪਾਵਰ ਟੂ ਦੀ ਪੀਪਲ ਜਿਹੜੀ ਹੈਗੀ ਨਾ, ਆਪਾਂ ਗੱਲ ਕੀਤੀ ਪਾਵਰ ਟੂ ਦੀ ਪੀਪਲ, ਲੋਕਾਂ ਨੂੰ ਪਾਵਰ ਜਾਓ। ਲੋਕਾਂ ਦੇ ਵਿੱਚ ਵੀ ਤੁਸੀਂ ਦੇਖੋ, ਜਿਸ ਵੇਲੇ ਗੁਰੂ ਸਾਹਿਬ ਨੇ, ਆਪਾਂ ਗੱਲ ਪਹਿਲਾਂ ਮੈਨੂੰ ਹਿਊਮਨ ਰਾਈਟਸ ਦੀ ਗੱਲ ਕਰ ਲੈਣ ਦਿਓ। ਇੱਕ ਮਿੰਟ ਲਈ ਮੈਂ ਪਹਿਲਾਂ ਇੱਕ ਹੋਰ ਗੱਲ ਕਰ ਲਾਂ। ਹਾਂ ਕਰੋ, ਰਹਿ ਨਾ ਜਾਏ। ਹਾਂ, ਇਹਦੇ ਨਾਲ ਹੀ ਇੱਕ ਹੋਰ ਸਾਡੇ ਹੈਰੀਟੇਜ ਦੇ ਵਿੱਚ ਜਿਹੜੀ ਗੱਲ ਆ, ਜਿਹੜੀ ਹੁਣ ਗੱਲ ਕਰ ਰਹੀ ਹੈ ਨਾ, ਚੱਲ ਰਹੀ ਹੈ ਨਾ, ਚਰਚ ਤੇ ਮਿਲਟਰੀ। ਚਰਚ ਆ ਇੱਕ ਪਾਸੇ, ਨਾਲ ਮਿਲਟਰੀ ਆ। ਜਿਹੜੀ ਮਿਲਟਰੀ ਆ ਉਹ ਚਰਚ ਨੂੰ ਪ੍ਰੋਟੈਕਟ ਕਰਦੀ ਆ। ਸੋ ਸਾਡੇ ਹੈਰੀਟੇਜ ਦੇ ਵਿੱਚ ਵੀ ਇੱਕ ਪਾਸੇ ਅਧਿਆਤਮਕਵਾਦ ਆ, ਸਿੱਖੀਜ਼ਮ ਦਾ ਜਿਹੜਾ ਸਾਰਾ ਫਲਸਫਾ, ਉਹਦੇ ਨਾਲ ਮਿਲਟਰੀ ਵੀ ਆ। ਜਿਹੜੀ ਨਿਹੰਗ ਸੰਘ ਫੋਰਸ ਆ, ਉਹ ਇੱਕ ਖਾਲਸਾ ਮਿਲਟਰੀ ਆ
ਜੇ ਕੋਈ ਗੱਲ ਇਸ ਤਰ੍ਹਾਂ ਹੀ ਵਿਗੜ ਜਾਂਦੀ ਆ ਕਿ ਜਿਹੜੀ ਉਹ ਠੀਕ ਨਹੀਂ ਆ ਰਹੀ ਤੇ ਨਾਲ ਮਿਲਟਰੀ ਵੀ ਆ। ਉਹ ਮਿਲਟਰੀ ਤੇ ਚਰਚ ਦਾ ਜਿਹੜਾ ਹੁਣ ਕੰਬੀਨੇਸ਼ਨ ਅਸੀਂ ਦੇਖ ਰਹੇ ਹਾਂ ਧਰਮ ਨੂੰ ਪ੍ਰੋਟੈਕਟ ਕਰਨ ਲਈ, ਇਹ ਵੀ ਮੇਰਾ ਖਿਆਲ ਹੈ ਇੱਕ ਸਿਧਾਂਤ ਉਦੋਂ ਲਾਗੂ ਕਰ ਦਿੱਤਾ ਗਿਆ। ਤੈਨੂੰ ਸਾਹਿਬ ਇੱਥੇ ਥੋੜ੍ਹਾ ਜਿਹਾ ਇੱਦਾਂ ਫਰਕ ਹੈ ਨਾ ਵੀ ਇੱਥੇ ਇੱਕ ਮਿਲਟਰੀ ਆਰਗੇਨਾਈਜ਼ਡ ਮਿਲਟਰੀ ਜਿਹੜੀ ਆ ਉਹ ਮਦਦ ਕਰਦੀ ਹੈ। ਉੱਥੇ ਕੀ ਹੈ, ਉੱਥੇ ਉਹਨੇ ਸੰਤ ਸਿਪਾਹੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹੀ ਬੰਦਾ ਜਿਹੜਾ ਉਹੀ ਬੰਦਾ ਸੰਤ ਵੀ ਆ, ਉਹੀ ਬੰਦਾ ਸਿਪਾਹੀ ਵੀ ਆ। ਉਸ ਬੰਦੇ ਦੇ ਵਿੱਚ ਜਿਹੜੀ ਹੈਗੀ ਆ ਕੱਲਾ ਉਹਨੇ ਨਹੀਂ ਵੱਢ ਟੁੱਕੇ ਕਰਨੀਆਂ, ਲੋਕਾਂ ਨੇ ਜਿੱਤਣੇ ਆ ਜੋ ਕਰਨਾ, ਨੋ ਹੁਣ ਆਪਣੀ ਸਪਿਰਚੁਅਲਿਟੀ ਦਾ ਵੀ ਖਿਆਲ ਰੱਖਣਾ ਨਾਲੇ ਉਹਨੇ ਇੱਕ ਨੇਕ ਬੰਦੇ ਦੇ ਤੌਰ ਤੇ ਵੀ ਉਹਨੂੰ ਵਿਚਰਨਾ ਹੈਗਾ। ਜਿਹੜੇ ਉਹ ਵੈਲਿਊਜ਼ ਵੀ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਤਾਂ ਕਿ ਉਹ ਜਿਸ ਵੇਲੇ ਮਿਲਟਰੀ ਦੀ ਮੁਹਿੰਮ ਦੇ ਉੱਤੇ ਜਾਂਦਾ ਉਹ ਜ਼ਿਆਦਤੀਆਂ ਨਾ ਕਰੇ ਜਿਹੜੇ ਕਿ ਆਮ ਤੌਰ ਤੇ ਮਿਲਟਰੀ ਵਾਲੇ ਫੌਜੀ ਕਰਦੇ ਆ ਜਾ ਕੇ। ਉਹਨੇ ਫਿਰ ਉਸ ਕਿਸਮ ਦਾ ਫੌਜੀ ਬਣਾਉਣ ਦੀ ਉਹਨੂੰ ਵੀ ਸੁਧਾਰ ਕੀਤਾ, ਉਸ ਕਿਸਮ ਦਾ ਫੌਜੀ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਉਸਕੇ ਨਾ ਹੋਵੇ। ਹੁਣ ਜਿਹੜੀ ਮਾਡਰਨ ਮਿਲਟਰੀ ਹੈ ਹਾਂਜੀ, ਉਹਦੇ ਵਿੱਚ ਜਿੱਥੇ ਉਹਨਾਂ ਨੂੰ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ, ਹਾਂਜੀ, ਜਿੱਥੇ ਬਾਕੀ ਹੋਰ ਖਤਰਨਾਕ ਜਿਹੜੀਆਂ ਡਰਿਲਸ ਨੇ ਇਹ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਤੇ ਦੂਸਰੇ ਤੇ ਹਮਲਾ ਕਰਨ ਦੀ ਵਿੱਦਿਆ ਦਿੱਤੀ ਜਾਂਦੀ ਆ। ਹੁਣ ਉਹਨਾਂ ਨੇ ਐਥਿਕਸ ਦਾ ਇੱਕ ਨਵਾਂ ਡਿਪਾਰਟਮੈਂਟ ਜਿਹੜਾ ਉਹਦੇ ਵਿੱਚ ਸ਼ੁਰੂ ਕੀਤਾ। ਐਥੀਕਲ ਸਟੈਂਡਰਡ ਵੀ ਸਿਖਾਇਆ। ਇਹੀ ਵਿਰਸਾ, ਇਹਨੂੰ ਵਿਰਸਾ ਤੁਸੀਂ ਕਹਿ ਸਕਦੇ ਹੋ ਜਾ ਕੇ। 300 ਸਾਲ ਪਹਿਲਾਂ ਕਰ ਦਿੱਤਾ ਜੀ, 300 ਸਾਲ ਪਹਿਲਾਂ ਆਹ ਗੱਲ ਲਿਆ ਕੇ ਦੇਤੀ ਵੀ ਨਹੀਂ ਵੇ ਇੱਦਾਂ ਨਹੀਂ ਹੈ। ਜਾ ਕੇ ਆਰਮੀ ਜੇ ਜ਼ੁਲਮ ਕਰਦੀ ਆ ਤਾਂ ਉਹਦੇ ਤੇ ਰੋਕੋ ਉਹਨੂੰ ਜਾ ਕੇ। ਹੁਣ ਕਮਿਸ਼ਨ ਬਹਿੰਦੇ ਆ, ਮੁਕੱਦਮੇ ਚੱਲਦੇ ਆ ਜਾ ਕੇ ਵੀ ਕਿਉਂ ਵਾਧੀਆਂ ਕਰਦੇ ਆ ਤੁਸੀਂ। ਅੱਛਾ, ਹੁਣ ਤੁਸੀਂ ਸਾਹਿਬ ਜਿਸ ਵੇਲੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਹਿਊਮਨ ਰਾਈਟਸ ਦੇ ਲੜਨਾ ਵੀ ਸਿੱਖ ਹੈਰੀਟੇਜ ਦਾ ਹਿੱਸਾ ਆ। ਕਿਉਂਕਿ ਹਿਊਮਨ ਰਾਈਟਸ ਜਿਹੜੇ ਸੀਗੇ ਉਹਦੀ ਗੱਲ ਉਹ ਨਹੀਂ ਕੀਤੀ ਉਸ ਵੇਲੇ ਵੀ ਨਹੀਂ ਵੇ ਇਹ ਵਾਇਲੇਟ ਨਹੀਂ ਹੋਣੇ ਚਾਹੀਦੇ। ਇਹ ਜੇ ਇਨਸਾਨ ਦੇ ਕੁਛ ਹੱਕ ਆ, ਉਹਨੂੰ ਆਪਣੀ ਪੂਜਾ ਕਰਨ ਦਾ ਅਧਿਕਾਰ ਹੈਗਾ, ਉਹਨੂੰ ਆਪਣਾ ਧਰਮ ਰੱਖਣ ਦਾ ਅਧਿਕਾਰ ਹੈਗਾ, ਉਹਨੂੰ ਆਜ਼ਾਦ ਜ਼ਿੰਦਗੀ ਜੀਣ ਦਾ ਹੱਕ ਹੈਗਾ। ਜੇ ਨਹੀਂ ਹੈ ਤਾਂ ਅਸੀਂ ਉਹਦੇ ਲੜਾਂਗੇ, ਹਕੂਕ ਨੇ ਅਸੀਂ ਉਹਦੇ ਲੜਾਂਗੇ, ਜਿਹੜੇ ਹਿਊਮਨ ਰਾਈਟਸ ਹੀ ਲੜਾਂਗੇ। ਔਰ ਉੱਥੇ ਨਾਲ ਉਹਨੇ ਕੀਤਾ ਕੀ ਜਾ ਕੇ ਅੱਗੇ ਇੱਦਾਂ ਹੁੰਦੀ ਸੀ ਭਈ ਇਨਸਾਨੀ ਹੱਕਾਂ ਦੀ ਗੱਲ ਕਰਕੇ ਲੜਦੇ ਹੁੰਦੇ ਸੀ ਆਪਣੇ ਧਰਮ ਲਈ, ਕਰਨਾ ਧਰਮ ਲਈ ਆ ਕਹਿ ਦੇਣਾ। ਉਹ ਗੁਰੂ ਸਾਹਿਬ ਨੇ ਇਹ ਕਪਟਤਾ ਨਹੀਂ ਕੀਤੀ, ਉਹਨੇ ਸਪਸ਼ਟ ਗੱਲ ਕੀਤੀ ਹੈ ਬਿਲਕੁਲ ਜਾ ਕੇ ਵੀ ਨਹੀਂ ਬਈ ਜਿਹੜਾ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਇੱਥੇ ਸੰਘਰਸ਼ ਕਰਾਂਗੇ, ਚਾਹੇ ਉਹ ਮੁਸਲਮਾਨ ਵਜ਼ੀਰ ਖਾਂ ਆ, ਚਾਹੇ ਸਿੱਖ ਹੀ ਆ, ਚਾਹੇ ਪਹਾੜੀ ਹਿੰਦੂ ਰਾਜੇ ਆ, ਚਾਹੇ ਸਿੱਖ ਮਸੰਦ ਆ। ਉਹ ਚਾਹੇ ਉਹਨੇ ਸਿੱਖ ਵੀ ਪਨਿਸ਼ ਕੀਤੇ, ਉਹਨੇ ਹਿੰਦੂ ਵੀ ਪਨਿਸ਼ ਕੀਤੇ, ਉਹਨੇ ਉਹ ਮੁਸਲਮਾਨ ਵੀ ਪਨਿਸ਼ ਕੀਤੇ ਜਿਹੜੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੇ ਸੀ। ਥਿੰਨ ਸਾਹਿਬ ਇੱਦਾਂ ਦੀ ਮਿਸਾਲ ਨਹੀਂ ਮਿਲਦੀ ਹੈ। ਮੇਰੀ ਗੱਲ ਤੁਸੀਂ ਦੇਖ ਲਓ, ਹਿਸਟਰੀ ਸਾਰੀ ਫਰੋਲ ਕੇ ਦੇਖ ਲਓ, ਆਪਣੇ ਫਿਰਕੇ ਲਈ ਲੜਦੇ ਆ, ਆਪਣੇ ਬੰਦੇ ਨੂੰ ਹੁਣ ਪ੍ਰੋਟੈਕਟ ਕਰੀ ਜਾਂਦੇ ਆ ਜੀ। ਹੁਣ ਤੁਸੀਂ ਦੇਖ ਲਓ ਜਾ ਕੇ, ਤੁਸੀਂ ਜਿਹੜਾ ਦੂਜੇ ਦੀ ਕਰਪਸ਼ਨ ਦੇ ਕੇਸਿਸ ਚੱਲਦੇ ਆ, ਦੂਜਿਆਂ ਨੂੰ ਫੜ ਅੰਦਰ ਦੇਈ ਜਾਂਦੇ। ਜਦੋਂ ਤੁਹਾਡੇ ਵਿੱਚ ਆ ਜਾਂਦਾ ਉਹ ਕਹਿੰਦੇ ਠੀਕ ਹੈ ਜਾ ਕੇ, ਇਹ ਥੋੜ੍ਹਾ ਇਹ ਕਰਨਾ ਜਾ ਕੇ। ਉਹ ਗੁਰੂ ਸਾਹਿਬ ਨੇ ਹੱਕਪਟਤਾ ਨਹੀਂ ਕੀਤੀ, ਉਹਨੇ ਸਿੱਖ ਮਸੰਦਾਂ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਇਸ ਗੱਲ ਕਰਕੇ ਕਿਉਂਕਿ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੇ ਸੀ, ਪੂਜਾ ਦਾ ਧਨ ਖਾਂਦੇ ਸੀ, ਲੋਕਾਂ ਦਾ ਧਨ ਖਾਂਦੇ ਸੀ, ਲੋਕਾਂ ਨੂੰ ਤੰਗ ਕਰਦੇ ਸੀ, ਦੁਖੀ ਕਰਦੇ ਸੀ, ਮਾਰਦੇ ਕੁੱਟਦੇ ਸੀਗੇ ਜਾ ਕੇ। ਨਹੀਂ, ਉਹਨਾਂ ਨਾਲ ਵੀ ਜ਼ਿਆਦਾ ਪਹਾੜੀ ਰਾਜਿਆਂ ਨਾਲ ਵੀ ਇੱਦਾਂ ਕੀਤਾ, ਉਹ ਹਿੰਦੂ ਸੀਗੇ, ਉਹ ਮੁਸਲਮਾਨਾਂ ਦੇ ਖਿਲਾਫ ਲੜਾਈ। ਸੋ ਇਹ ਜਿਹੜੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ, ਇਹ ਹਰੇਕ ਨੂੰ ਨਹੀਂ ਜਾ ਕੇ ਜਿਹੜਾ ਹੈਗਾ ਆ ਉਹਦੇ ਵਿੱਚ ਕੀਤਾ। ਇਹ ਹੁਣ ਹਾਲੇ ਵਿਕਾਸ ਹੋ ਰਿਹਾ ਹਿਊਮਨ ਰਾਈਟਸ ਦਾ, ਹਿਊਮਨ ਰਾਈਟਸ ਦੀ ਗੱਲ ਹਾਲੇ ਚੱਲ ਰਹੀ UNO 'ਚ, ਬਾਕੀ ਮੁਲਕਾਂ 'ਚ। ਜਿਸ ਤਰ੍ਹਾਂ ਤੁਸੀਂ ਦੱਸਿਆ ਉਹ 300 ਸਾਲ ਪਹਿਲਾਂ ਉਹਦਾ ਆਗਾਜ਼ ਕਰ ਦਿੱਤਾ ਉਹਨੇ ਜਾ ਕੇ, ਉਹ ਤੂੰ ਰੱਖ ਦਿੱਤੇ ਪਏ ਵੇ ਇਹ ਇਸ਼ੂਜ਼ ਹੈਗੇ ਆ। ਮਤਲਬ ਜਿੱਦਾਂ ਕਹਿ ਲਓ ਕੋਈ ਬੰਦਾ, ਕਈ ਵਾਰ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਖਾਸ ਤੌਰ 'ਤੇ ਜਿਹੜੇ 10ਵੇਂ ਗੁਰੂ ਹੋਏ ਆ ਸਿੱਖੀਜ਼ਮ ਦੇ ਵਿੱਚ, ਉਹ ਕਾਫੀ ਪਹਿਲਾਂ ਸਮੇਂ ਤੋਂ ਸੋਚਣ ਵਾਲੇ ਬੰਦੇ ਸੀਗੇ, ਜਿਹੜੇ ਬੰਦੇ ਪਹਿਲਾਂ ਸੋਚ ਜਾਂਦੇ ਸੀ ਬੰਦੇ ਇਹ ਜਾ ਕੇ। ਦੇਖੋ ਉਹਨਾਂ ਦੇ ਤੁਸੀਂ ਸਾਰੀ ਜ਼ਿੰਦਗੀ ਦੇਖੋ, ਜਿੱਥੇ ਨੈਗੋਸ਼ੀਏਸ਼ਨ ਦੀ ਲੋੜ ਸੀ ਨੈਗੋਸ਼ੀਏਟ ਕਰਦੇ ਸੀ, ਜਿੱਥੇ ਲੜਨ ਦੀ ਲੋੜ ਸੀ ਉੱਥੇ ਲੜਾਈ ਕਰਦੇ ਸੀ, ਜਿੱਥੇ ਇਨਸਾਨ ਵਧੀਆ ਬਣਾਉਣ ਦੀ ਗੱਲ ਕਰਦੇ ਸੀ ਇਨਸਾਨ ਉਹਨੂੰ ਵਧੀਆ ਬਣਾਉਣ ਦੀ ਕਰਦੇ, ਔਰ ਜਿੱਥੇ ਫਰਜ਼ ਕਰ ਲਓ ਸਿੱਖਾਂ ਨੂੰ ਐਜੂਕੇਟ ਕਰਨ ਦੀ ਗੱਲ ਕਰਦੇ ਸੀ ਉਹ ਐਜੂਕੇਟ ਕਰਨ ਦੀ ਗੱਲ। ਕਿ ਇੱਕ ਮਲਟੀ ਫੇਸਡ ਪਰਸਨੈਲਿਟੀ ਸੀ ਉਹ ਜਾ ਕੇ, ਜਿੱਦਾਂ ਉਹਨੇ ਸਾਰੇ ਪਾਸਿਆਂ ਤੋਂ ਹਰ ਪੱਖੋਂ ਜਿਹੜਾ ਇਨਸਾਨ ਨੂੰ ਆਲਾ ਬਣਾ ਕੇ ਲਿਆਉਣਾ ਜਾ ਕਰਦੇ। ਪਰ ਸਭ ਹੋਰ ਕੀ ਚੀਜ਼ਾਂ ਜਿਹੜੀਆਂ ਵਿਰਸੇ ਵਿੱਚ ਸਿੱਖਾਂ ਨੇ ਦਿੱਤੀਆਂ ਆਮ ਮਨੁੱਖਤਾ ਨੂੰ? ਥਿੰਨ ਸਾਹਿਬ ਦੇਖੋ, ਜਿਹੜੀਆਂ ਮੈਂ ਸਮਝਦਾ ਮੇਰੇ ਖਿਆਲ, ਦੇਖੋ ਉਸ ਸਮੇਂ ਜਿਸ ਵੇਲੇ ਇਨਸਾਨ ਨੂੰ ਬਿਹਤਰ ਬਣਾਉਣ ਦੇ ਲਈ ਜਾਂ ਇਨਸਾਨ ਨੇ ਕਿੱਦਾਂ ਜ਼ਿੰਦਗੀ ਜੀਣੀ ਆ, ਉਹਦੇ ਲਈ 2-3 ਫਲਸਫੇ ਚੱਲਦੇ ਸੀ। ਇੱਕ ਫਲਸਫਾ ਉੱਥੇ ਇਹ ਹੁੰਦਾ ਸੀਗਾ ਜਾ ਕੇ, ਜਿਹਨੂੰ ਆਪਾਂ ਇਹ ਕਹਿੰਦੇ ਸੀ ਗਿਆਨ ਮਾਰਗ, ਵੀ ਗਿਆਨ ਹਾਸਲ ਕਰੋ, ਗਿਆਨ ਹਾਸਲ ਕਰੋ। ਜੇ ਗਿਆਨ ਨਹੀਂ ਆ, ਗਿਆਨ ਜੜ ਆ ਹਰ ਚੀਜ਼ ਦੀ, ਨੌਲੇਜ ਜਿਹੜੀ ਨੌਲੇਜ ਇਜ਼ ਪਾਵਰ ਆ।
ਨੌਲੇਜ 'ਤੇ ਸਾਰਾ ਜ਼ੋਰ ਦਿੱਤਾ। ਜਿੱਦਾਂ ਹੁਣ ਸੋਕਰੇਟਸ ਨੇ ਵੀ ਸਾਰਾ ਜ਼ੋਰ ਗਿਆਨ ਨੌਲੇਜ 'ਤੇ ਦਿੱਤਾ ਜੀ, ਗਿਆਨ 'ਤੇ ਦਿੱਤਾ ਵੀ ਗਿਆਨ ਹਾਸਲ ਕਰੋ ਜਾ ਕੇ, ਠੀਕ ਹੈ ਨਾ। ਸਿੱਖੀਜ਼ਮ ਦੇ ਵਿੱਚ ਹੈਗੇ ਗਿਆਨ ਕਬਰ ਦਾ ਮਨ ਰਹੇ ਜਾ ਕੇ। ਅੱਛਾ, ਗਿਆਨ ਜਿਹੜਾ ਸੀਗਾ, ਗਿਆਨ ਮਾਰਗ ਬਹੁਤ ਇੱਕ ਪਿੱਲਰ ਰਿਹਾ ਇੱਕ ਸਾਰੇ ਫਲਸਫੇ ਦਾ ਦੁਨੀਆ ਦੇ ਵਿੱਚ। ਦੂਜਾ ਇਹ ਸੀਗਾ ਭਗਤੀ ਮਾਰਗ ਸੀਗਾ। ਉਹ ਕਹਿੰਦੇ ਸੀ ਵੀ ਗਿਆਨ ਕੋਈ ਐਡੀ ਗੱਲ ਨਹੀਂ ਹੈ ਜਾ ਕੇ, ਗਿਆਨ ਭਗਤੀ ਕਰੋ ਜਾ ਕੇ, ਜਿਹੜੀ ਭਗਤੀ ਕਰਨੀ ਆ, ਨਾਮ ਸਿਮਰਨਾ, ਭਗਤੀ ਮਾਰ ਗਿਆ ਇੱਕ ਬਸ। ਗਿਆਨ ਆਪੇ ਆ ਜਾਣਾ, ਗਿਆਨ ਕੋਈ ਐਡੀ ਗੱਲ ਨਹੀਂ। ਗਿਆਨ ਹਾਸਲ ਕਰਕੇ ਕੀ ਕਰਨਾ ਉੱਥੇ ਜਿਹੜਾ ਹੈਗਾ ਗਿਆਨ 'ਚ ਕੀ ਆ, ਗੱਲ ਤਾਂ ਭਗਤੀ ਲੈਵਲ ਆਉਣ ਦੀ ਗੱਲ, ਭਗਤੀ ਦੀ ਗੱਲ ਕੀਤੀ ਹੈ। ਤੀਜਾ ਸੀਗਾ ਜਾ ਕੇ ਉਹ ਸੀ ਕਰਮ ਮਾਰਗ, ਵੀ ਕਰਮ ਕਰਨ ਵਾਲੀ ਗੱਲ ਹੈ ਜਾ ਕੇ, ਵੀ ਗੱਲ ਹੈ ਇਹ ਤਾਂ ਐਵੇਂ ਫਲਸਫੇ ਆ, ਗੱਲ ਤਾਂ ਕਰਮ ਦੀ ਹੈ। ਜੇ ਤੁਸੀਂ ਕੰਮ ਹੀ ਨਹੀਂ ਕਰਦੇ ਤਾਂ ਫਿਰ ਕਾਹਦੀ ਗੱਲ ਹੈ। ਜਿੱਦਾਂ ਹੁਣ ਗੀਤਾ ਦੇ ਵਿੱਚ ਵੀ ਕ੍ਰਿਸ਼ਨ ਜੀ ਨੇ ਵੀ ਇਹੀ ਮਾਰਗ ਦਿੱਤਾ ਵੀ ਤੂੰ ਕਰਮ ਕਰ, ਤੇਰਾ ਕੰਮ ਕੋਈ ਕੰਮ ਨਹੀਂ ਹੈ, ਤੇਰਾ ਕੰਮ ਤਾਂ ਇਹ ਵੀ ਕਰਮ ਕਰਨਾ, ਉਹਦਾ ਫਲ ਦਾ ਵੀ ਨਾ ਚਿੰਤਾ ਕਰ ਜਾ ਕੇ, ਤੂੰ ਆਪਣਾ ਕਰਮ ਕਰ ਜਿਹੜਾ ਜਾ ਕੇ। ਇਨਸਾਨ ਦਾ ਕੁਛ ਨਹੀਂ ਹੈ, ਇਨਸਾਨ ਦਾ ਫਰਜ਼ ਸਿਰਫ ਇਹੀ ਆ ਕਿ ਉਹ ਕਰਮ ਕਰੇ। ਥਿਊਰੀ ਆਫ ਕਰਮਾ ਹਾਲੇ ਵੀ ਚੱਲਦੀ, ਥਿਊਰੀ ਆਫ ਕਰਮਾ ਹੁਣ ਵੀ ਚੱਲਦੀ ਆ। ਹੁਣ ਸਿੱਖੀਜ਼ਮ ਦੀ ਦੇਣ ਇਹ ਆ ਵੀ ਸਿੱਖੀਜ਼ਮ ਨੇ ਇਹ ਤਿੰਨੇ ਹੀ ਇਕੱਠੇ ਕੀਤੇ ਜੀ। ਅੱਛਾ, ਤੇ ਸਿੱਖੀਜ਼ਮ ਨੇ ਇਹ ਜਿਹੜੀ ਇੱਕ ਤੇ ਕੰਸੈਂਟਰੇਟ ਉਹਨੇ ਕਿਹਾ ਜਿਹੜਾ ਗਿਆਨ ਹਾਸਲ ਕਰ, ਗਿਆਨ ਕਬਰ ਦਾ ਮਨ ਵੀ ਰਹੇ, ਨਾਮ ਸਿਮਰਨ ਦੀ ਗੱਲ ਵੀ ਕੀਤੀ ਉਹਦੇ ਨਾਲ ਜਾ ਕੇ, ਤੇ ਦੂਜੇ ਉਹਦੇ ਵਿੱਚ ਜਿਹੜੀ ਆਪਾਂ ਕਿਰਤ ਕਰਨ ਵਾਲੀ ਆ ਉਹਦੀ ਵੀ ਗੱਲ ਕੀਤੀ ਜਾ ਕੇ। ਸੋ ਤਿੰਨੇ ਹੀ ਚੀਜ਼ਾਂ ਨੂੰ ਕਿਹਾ ਵੀ ਤੁਹਾਡਾ ਗਿਆਨ ਹੋਣਾ ਵੀ ਜ਼ਰੂਰੀ ਆ, ਉਹਦੇ ਵਿੱਚ ਨਾਮ ਸਿਮਰਨ ਵੀ ਜ਼ਰੂਰੀ ਆ, ਔਰ ਕੰਮ ਕਰਨਾ ਵੀ ਜ਼ਰੂਰੀ ਹੈ। ਇਹ ਇੱਕ ਜਿੱਦਾਂ ਮੈਂ ਕਹਿ ਸਕਦਾ ਪੂਰਨ ਇਨਸਾਨ ਦੀ ਜੇ ਤੁਸੀਂ ਗੱਲ ਕਰੋ ਨਾ ਜਾ ਕੇ, ਜੇ ਕੋ ਮੈਨੂੰ ਆਪਣੇ ਇੱਕ ਬੰਦਾ ਉੱਥੇ ਮੈਨੂੰ ਕਹਿੰਦਾ ਕਿ ਤੁਸੀਂ ਸਿੱਖ ਆ ਜੀ, ਮੈਨੂੰ ਸਵਾਲ ਕਰਤਾ, ਕਹਿੰਦਾ ਤੁਸੀਂ ਸਿੱਖਿਆ? ਮੈਂ ਕਿਹਾ ਵੀ ਮੈਂ ਸਿੱਖ ਸਮਝੋ ਕੋ 2/3 ਸਿੱਖ ਹੈਗਾ। ਉਹ ਕਹਿੰਦਾ ਕਿੱਦਾਂ? ਮੈਂ ਕਿਹਾ ਵੀ ਜ਼ਿੰਦਗੀ 'ਚ ਕਿਰਤ ਵੀ ਕੀਤੀ ਆ, ਜ਼ਿੰਦਗੀ 'ਚ ਆਪ ਵੀ ਇਕੱਲੇ ਨਹੀਂ ਖਾਧਾ, ਵੰਡ ਕੇ ਵੀ ਛਕਿਆ ਆ, ਪਰ ਨਾਮ ਸਿਮਰਨ ਨਹੀਂ ਹੋ ਸਕਿਆ। ਨਾਮ ਸਿਮਰਨ ਤਾਂ ਨਹੀਂ ਹੈ, ਪਰ ਸਿੱਖੀਜ਼ਮ ਨੇ ਪੂਰਨ ਇਨਸਾਨ ਦੀ ਗੱਲ ਕੀਤੀ। ਨਾਮ ਸਿਮਰਨ ਦੇ ਜਿਹੜੇ ਹੈਗੇ ਆ ਉਹ ਆਪਣੇ ਪੋਜ਼ੀਟਿਵ ਪੱਖ ਆ ਉਹਦਾ ਜਾ ਕੇ, ਉਹਦੇ ਵਿੱਚ ਤੁਸੀਂ ਕਨਸਨਟਰੇਟ ਕਰਕੇ ਕਿੱਦਾਂ ਆਪਣੇ ਮਨ ਨੂੰ ਸੋਧਦੇ ਆ, ਠੀਕ ਹੈ ਨਾ ਜਾ ਕੇ। ਸੋ ਉਹਦੇ ਵਿੱਚ ਜਿਹੜੇ ਹੈਗਾ ਇਹ ਵੀ ਇੱਕ ਬੜੀ ਦੇਣ ਆ ਜਾ ਕੇ ਵੀ ਮੁਕੰਮਲ ਇਨਸਾਨ ਬਣਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ, ਇੱਕ ਨੂੰ ਲੈ ਕੇ ਨਹੀਂ ਤੁਸੀਂ ਗਾਹਾਂ ਚੱਲ ਸਕਦੇ। ਇਹ ਵੀ ਇੱਕ ਵਿਰਸਾ ਆ ਸਿੱਖੀਜ਼ਮ ਦਾ। ਨਹੀਂ, ਇਹ ਗੱਲ ਬਿਲਕੁਲ ਠੀਕ ਤੁਹਾਡੀ, ਕਿਉਂਕਿ ਜਿੱਥੇ ਉਹਨਾਂ ਨੇ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਬਈ ਮੁਕਤੀ ਜਿਹੜੀ ਆ, ਮੁਕਤੀ ਵੀ ਹੋਣੀ ਚਾਹੀਦੀ ਆ, ਫਿਰ ਇਹ ਵੀ ਕੀਤਾ ਕਿ ਜਿੰਨੀ ਦੇਰ ਤੱਕ ਤੁਸੀਂ ਰਾਜ ਨਹੀਂ ਕਰਦੇ, ਜਿੰਨੀ ਦੇਰ ਤੱਕ ਐਡਮਿਨਿਸਟ੍ਰੇਸ਼ਨ ਨਹੀਂ ਉੱਥੇ ਠੀਕ ਚੱਲ ਰਹੀ, ਉਨੀ ਦੇਰ ਤੱਕ ਬਾਕੀ ਸਾਰੀ ਚੀਜ਼ ਠੀਕ ਨਹੀਂ ਚੱਲਣੀ, ਔਰ ਉੱਥੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਹੋ ਸਕਦੀ। ਗੁੱਡ ਗਵਰਨੈਂਸ ਦੀ ਗੱਲ ਪ੍ਰੋਫੈਸਰ, ਜਿਹੜੀ ਗੱਲ ਗੁੱਡ ਗਵਰਨੈਂਸ ਦੀ ਵੀ ਅੱਜ ਚੱਲ ਰਹੀ ਹੈ ਨਾ, ਬਿਲਕੁਲ ਉਹ ਵੀ ਇਹੀ ਸੀਗੀ ਕਿ ਅਸੀਂ ਰਾਜ ਵੀ ਚਾਹੁੰਦੇ ਹਾਂ, ਮੁਕਤੀ ਵੀ ਚਾਹੁੰਦੇ ਹਾਂ। ਬਿਲਕੁਲ ਠੀਕ ਹੈ ਜੀ। ਇਹਦੇ ਵਿੱਚ ਤਾਂ ਹੀ ਕਿਹਾ ਵੀ ਕੰਪਲੀਟ ਜਿਹੜਾ ਫਲਸਫਾ ਦਿੱਤਾ, ਮੁਕੰਮਲ ਜਿਹੜਾ ਹੈਗਾ ਜਾ ਕੇ, ਵੀ ਇੱਦਾਂ ਨਹੀਂ ਹੈ ਵੀ ਆਹ ਛੱਡ ਕੇ ਆ, ਸਾਰਾ ਮੁਕੰਮਲ ਜਿਹੜਾ ਉਹਦੇ ਵਿੱਚ ਦਿੱਤਾ। ਇੱਕ ਇਹ ਬੜੀ ਦੇਣ ਹੈ। ਅੱਛਾ, ਇੱਕ ਜਿਹੜੀ ਹੋਰ ਦੇਣ ਮੈਂ ਸਮਝਦਾ ਹੈਗਾ ਜੀ, ਉਹ ਇਹ ਸਮਝਦਾ, ਤੁਸੀਂ ਦੇਖੋ ਨਾ ਪਹਿਲਿਆਂ ਰਿਲੀਜਨ ਦੇ ਵਿੱਚ ਤਾਂ ਈਵਨ ਤੁਸੀਂ ਬੁੱਧਿਜ਼ਮ ਦੇ ਵਿੱਚ ਬੈਗਿੰਗ ਨੂੰ ਬੜੀ ਇੰਪੋਰਟੈਂਸ ਦਿੱਤੀ ਹੋਈ ਆ, ਮੰਗਣਾ। ਉਹਨਾਂ ਦੇ ਭਿਕਸ਼ੂਆਂ ਨੂੰ ਇਹੀ ਆ ਵੀ ਤੁਸੀਂ ਆਪ ਨਹੀਂ ਕਰਨਾ, ਮੰਗ ਕੇ ਖਾਣਾ ਤੁਸੀਂ। ਚਾਹੇ ਮਹਾਤਮਾ ਬੁੱਧ ਦਾ ਪਰਪਸ ਉਸ ਵੇਲੇ ਈਗੋ ਮਾਰਨੀ ਹੋਊਗੀ ਜਾਂ ਕੋਈ ਵੀ ਹੋਊਗਾ, ਪਰ ਸਿੱਖੀਜ਼ਮ ਦੇ ਵਿੱਚ ਇਹ ਕਨਸੈਪਟ ਹੈ ਨਹੀਂ। ਮੰਗਣ ਵਾਲੀ ਗੱਲ ਨਹੀਂ ਹੈ ਜਾ ਕੇ, ਕਿਰਤ ਕਰੋ, ਕਿਰਤ ਕਰਕੇ ਆਪਣਾ ਗੁਜ਼ਾਰਾ ਤੁਸੀਂ ਜਿਹੜਾ ਕਰਨਾ ਹੈ। ਅੱਛਾ, ਇੱਕ ਹੁਣ ਹੋਰ ਤੁਹਾਨੂੰ ਮੈਂ ਗੱਲ ਦੱਸਦਾ, ਸਾਡੇ ਕੋਲੇ ਹੰਬਲਨੈਸ ਦੇ ਹੋਰ ਬੜੇ ਤਰੀਕੇ ਆ ਜਾ ਕੇ ਜੁੱਤੇ। ਮੇਰਾ ਮਤਲਬ ਮੈਨੂੰ ਨਹੀਂ ਪਤਾ ਵੀ ਉਹ ਮਹਾਤਮਾ ਬੁੱਧ ਦਾ ਕੀ ਪਰਪਸ ਹੋਊਗਾ, ਪਰ ਹੈਗਾ ਉੱਥੇ ਜਾ ਕੇ। ਇਹ ਨਹੀਂ ਵੀ ਜਿੱਦਾਂ ਹੁਣ ਕਈ ਗੱਲਾਂ ਸਿੰਘ ਸਾਹਿਬ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ, ਤੁਸੀਂ ਉਹ ਜਿਹੜੇ ਸ਼ਲੋਕ ਜਦ ਤੁਸੀਂ ਪੜ੍ਹਦੇ ਆ, ਤੁਸੀਂ ਉਹਦਾ ਜਵਾਬ ਨਹੀਂ ਦੇ ਸਕਦੇ, ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਇਹਨਾਂ ਦਾ ਕਰਤਾ ਆ ਉਹਦੇ ਦਿਮਾਗ ਦੇ ਵਿੱਚ ਉਸ ਵੇਲੇ ਕੀ ਗੱਲ ਸੀ। ਜਿੱਦਾਂ ਹੁਣ ਆਪਾਂ ਦੇਖੇ ਉਹ ਬਾਬਾ ਫਰੀਦ ਦੀ ਹੈਗੀ ਆ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਠੀਕ, ਦੇਖ ਪਰਾਈ ਚੁੱਪੜੀ ਨਾ। ਹੁਣ ਤੁਸੀਂ ਜੇ ਇਸ ਪਰ ਦੇਖੋ, ਤੁਸੀਂ ਸਹਿਮਤ ਨਹੀਂ ਹੋਵੋਗੇ ਇਸ ਗੱਲ ਦੇ ਨਾਲ, ਤੁਸੀਂ ਕਹੋਗੇ ਵੀ ਨਹੀਂ ਇਹ ਤਾਂ ਵੀ ਸੁੱਖੀ ਮਿੱਸੀ ਨਹੀਂ, ਖੁਰਾਕ ਤਾਂ ਵਧੀਆ ਖਾਣੀ ਚਾਹੀਦੀ ਹੈ। ਪਰ ਉਹਦੀ ਹੁਣ ਕਿਸ ਕੰਟੈਕਸਟ ਦੇ ਵਿੱਚ ਗੱਲ ਕਿਉਂ ਗੱਲ ਕਹੀ ਹੈ, ਇਹ ਉਹਨਾਂ ਨੂੰ ਵੀ ਪਤਾ ਵੀ ਉਹਨੇ ਇਹ ਗੱਲ ਕਿਸ ਗੱਲ ਦੇ ਲਈ ਕੀਤੀ ਹੈ ਜਾ ਕੇ, ਉਹ ਆਦਮੀ ਦੀ ਭਟਕਣਾ ਨੂੰ ਰੋਕਣ ਦੇ ਲਈ ਕੀਤੀ ਹੋਊਗੀ ਜਾਂ ਕੀ ਕਿਤੇ। ਇਹ ਉਹਦਾ ਜਵਾਬ ਉਹੀ ਦੇ ਸਕਦੇ ਆ ਜਿਸ ਬੰਦੇ ਦੀ ਉਹ ਰਚਨਾ ਹੋਵੇ, ਕਿਉਂਕਿ ਉਹਨੇ ਕਿਸ ਸੰਦਰਭ ਦੇ ਵਿੱਚ ਇਹ ਗੱਲ ਕਹੀ ਹੈ। ਅੱਛਾ, ਹੁਣ ਜਿਹੜੀ ਅਗਲੀ ਗੱਲ ਮੈਂ ਕਰਨਾ ਔਰ ਆਖਰੀ ਗੱਲ, ਉਹ ਗੁਰੂ ਸਾਹਿਬ ਨੇ ਇੱਕ ਗੱਲ ਕਲੀਅਰ ਕੀਤੀ ਆ ਸਿੰਘ ਸਾਹਿਬ, ਜਿਹੜਾ ਸਿੱਖ ਫਲਸਫਾ ਆ, ਇਹਨੂੰ ਧਿਆਨ ਨਾਲ ਸੁਣਨ ਵਾਲੀ ਗੱਲ ਆ। ਇਹ ਸਿੱਖ ਫਲਸਫਾ ਜਿਹੜਾ ਹੈਗਾ ਆ, ਇਹ ਦਬੀ ਕੁਚਲੀ ਜਮਾਤ ਦੇ ਲਈ ਫਲਸਫਾ ਆ।
ਇਹ ਹੇਠਲੀ ਜਿਹੜੀ ਮਰ ਰਹੀ ਕਲਾਸ ਸੀ ਉਹਦਾ ਫਲਸਫਾ ਆ, ਜਿਨ੍ਹਾਂ ਦਾ ਕੋਈ ਹੱਥ ਨਹੀਂ ਸੀ ਫੜਦਾ, ਇਹ ਉਹਨਾਂ ਦਾ ਫਲਸਫਾ ਆ, ਇਹ ਬੜਿਆਂ ਦਾ ਫਲਸਫਾ ਨਹੀਂ ਹੈ ਜਿਹੜਾ ਕਿ ਉਹ ਬਹੁਤ ਕਲੀਅਰ ਕੀਤਾ ਹੈ ਗੁਰੂ ਸਾਹਿਬ ਨੇ ਜਾ ਕੇ, ਰਾਜਨ ਕੋ ਮੈਂ ਰੰਕ ਬਣਾऊं, ਭੂਪ ਗਰੀਬਨ ਕੋ ਕਹਿਲਾऊं, ਰਾਜਿਆਂ ਨੂੰ ਹੇਠਾਂ ਸਿੱਟਣਾ, ਰਾਜਿਆਂ ਕੋਲ ਮੈਂ ਰੰਕ ਬਣਾऊं ਜਾ ਕੇ ਇਹਨਾਂ ਨੂੰ ਐਸਾ ਭੂਪ ਗਰੀਬਨ ਕੋ ਭੂਪ ਗਰੀਬਨ ਕੋ ਕਹਿਲਾऊं। ਸੋ ਉਹ ਜਿਹੜਾ ਫਲਸਫਾ ਆ ਉਹ ਹੇਠਲੀ ਕਲਾਸ ਦਾ ਫਲਸਫਾ ਆ, ਉਹ ਜਿਹੜਾ ਬਾਅਦ ਦੇ ਵਿੱਚ ਜਿਹਨੂੰ ਕਮਿਊਨਿਸਟ ਭਾਸ਼ਾ ਦੇ ਵਿੱਚ ਪ੍ਰੋਲੇਟੇਰੀਏਟ ਕਹਿ ਦਿੰਦੇ ਆ, ਕੋਈ ਕੁਛ ਕਹਿ ਦਿੰਦੇ ਪਏ ਜੀ ਇਹ ਤਾਂ ਡਿਕਟੇਟਰਸ਼ਿਪ ਆਫ ਦੀ ਪ੍ਰੋਲੇਟੇਰੀਏਟ ਕਹਿੰਦੇ, ਉਹ ਕਹਿੰਦੇ ਉਹਨੇ ਕਹਿੰਦੇ ਰਾਜਨ ਕੋ ਭੂਪ ਗਰੀਬਨ ਕੋ ਕਹਿਲਾऊं, ਗਰੀਬਾਂ ਨੂੰ ਮੈਂ ਉੱਪਰ ਚੱਕਣ ਵਾਲੀ ਗੱਲ ਹੈਗੀ ਜਿਹੜੀ ਮੇਰੀ ਗੱਲ ਸੀਗੀ, ਉਹਨਾਂ ਲਈ ਮੈਂ ਲੜਨਾ। ਸੋ ਇੱਕ ਦੇਖੋ ਤਿੰਨ ਸਾਹਿਬ, ਜੇ ਮੇਤੋਂ ਕੋਈ ਪੁੱਛੇ ਵੀ ਮੇਤੋਂ ਕੋਈ ਪੁੱਛੇ ਵੀ 10ਵੇਂ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਕੀ ਆ ਸਮਾਜ ਦੇ ਲਈ, ਤਾਂ ਮੇਰਾ ਜਵਾਬ ਇਹ ਹੋਊਗਾ ਜੀ ਵੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਉਹਨਾਂ ਦੀ ਇਹ ਆ ਵੀ ਉਹਨੇ ਉਸ ਸਮੇਂ ਦੀ ਸਭ ਤੋਂ ਜਿਹੜੀ ਦੱਬੀ ਕੁਚਲੀ ਮਰੀ ਜਮਾਤ ਨੂੰ ਇਸ ਯੋਗ ਬਣਾਤਾ ਵੀ ਉਹ ਏਸ਼ੀਆ ਦੀ ਸਭ ਤੋਂ ਪਾਵਰਫੁਲ ਤਾਕਤ ਦੇ ਖਿਲਾਫ ਖੜੇ ਹੋ ਜਾਣ। ਨਵੀਂ ਰੂਹ ਫੂਕਤੀ ਉਸ ਕਲਾਸ ਨੂੰ ਜਿਹੜੀ ਕੁਛ ਵੀ ਨਾ ਸੀ ਕਰਨ ਦੇ ਯੋਗ, ਜਿਹੜੀ ਉਹਦੀ ਤਸ਼ਵੀਹ ਉਹਨੂੰ ਦਿੱਤੀ ਵੀ ਚਿੜੀਆਂ ਸੇ ਮੈਂ ਬਾਜਤਾ ਹੂੰ। ਹੁਣ ਇੱਥੇ ਸਾਡੇ ਹੁੰਦੇ ਕੀ ਆ, ਸਾਡੀ ਜੀ ਰਾਜਨ ਕੋ ਮੈਂ ਰੰਕ ਬਣਾਉਣ ਵਾਲੀ ਗੱਲ ਨਹੀਂ ਬਹੁਤੀ ਪੋਪੂਲਰ ਕਰਦੇ, ਚਿੜੀਆਂ ਸੇ ਬਾਜ ਕਰੀ ਜਾਂਦੇ ਆ, 1.25 ਲੱਖ ਸੇ ਇੱਕ ਲੜਾਉਂ, ਉਹ ਪੜ੍ਹੀ ਜਾਂਦੇ ਆ ਜਿਆਦਾ ਜਾ ਕੇ। ਉਹ ਸਾਡੇ ਪਿੰਡ ਇੱਕ ਹੁੰਦੇ ਸੀ ਜੀ, ਉਹਨੇ ਬਣਾਈ ਹੋਈ ਸੀ, ਬਾਜ ਹੇਠਾਂ ਸਿੱਟਿਆ, 5 ਚੋਂ ਚਿੜੀਆਂ ਨੇ ਢਾਇਆ ਆ, ਉਹ ਪੇਂਟਿੰਗ ਸੀ ਉਹਨੇ ਘਰ ਲਾਈ, ਉਹ ਬਣਾ ਕੇ ਲਾਈ ਹੁੰਦੀ ਸੀਗੀ ਜਾ ਕੇ ਮਿਸਤਰੀ ਸਿੰਘ ਸੇ ਐਨੀਵੇ। ਸੋ ਉਹਨੇ ਜਾ ਕੇ ਜੀ ਸੋ ਉਸ ਚੀਜ਼ ਤੇ ਜ਼ੋਰ ਨਹੀਂ ਦਿੰਦੇ ਹੈ, ਕਿਉਂਕਿ ਹੁਣ ਸਿੱਖੀਜ਼ਮ ਦੇ ਵਿੱਚ ਵੀ ਬੜੇ ਬੜੇ ਧਨਾੜ ਤਾਂ ਹੈਗੇ ਜੀ। ਹੁਣ ਉਹ ਭੂਪ ਗਰੀਬਨ ਕੋ ਕਹਿਲਾਈ ਵਾਲੀ ਗੱਲ ਨਹੀਂ, ਉਹ ਇਹ ਸੀ ਉਹ ਫਲਸਫਾ ਸੀਗਾ ਜਾ ਕੇ ਵੀ ਇਹ ਜਿਹੜੀ ਹੇਠਲੀ ਮਰਿਊ ਕੌਮ ਆ ਉਹਦੀ ਉਹ 'ਚ ਰੂਹ, ਜਿੱਦਾਂ ਤੁਸੀਂ ਕਿਹਾ ਰੂਹ ਫੂਕ ਦਿੱਤੀ ਔਰ ਲੜਨ ਦੇ ਯੋਗ ਕਰ ਦਿੱਤੇ ਜਾ ਕੇ, ਔਰ ਇੰਨੀ ਲੜਨ ਦੇ ਯੋਗ ਬਣਾਇਆ ਜਿੱਦਾਂ ਉਹ ਮੇਰਾ ਖਿਆਲ ਡਾਕਟਰ ਗੰਡਾ ਸਿੰਘ ਨੇ ਕਿਹਾ, ਗੁਰੂ ਗੋਬਿੰਦ ਸਿੰਘ ਸੋਡ ਦੀ ਸੀਡ, ਬੰਦਾ ਰੀਪਡ ਦੀ ਹਾਰਵੈਸਟ। ਠੀਕ ਹੈ ਨਾ, ਉਹਨੇ ਬੀਜ ਬੋਝ ਦਿੱਤੇ ਉਸ ਵੇਲੇ ਜਾ ਕੇ। ਹੁਣ ਤਿੰਨ ਸਾਹਿਬ ਤੁਸੀਂ ਦੇਖੋ 80,000 ਬੰਦਾ ਉਸ ਵੇਲੇ ਇਹ ਸਿੱਖ ਸੋਰਸਿਸ ਕਹਿੰਦੇ ਆ ਵੀ ਇਕੱਠਾ ਹੋਇਆ ਵਿਸਾਖੀ ਵਾਲੇ ਦਿਨ। ਮੈਂ ਨਹੀਂ ਸ਼ੋਰ ਬੈਠੀ 80,000 ਸੀਗੇ ਜਾਂ ਨਹੀਂ ਸੀਗੇ, ਪਰ ਇੱਕ ਚੀਜ਼ ਪੱਕੀ ਆ, ਇੱਕ ਉੱਥੇ ਮੁਗਲ ਗੌਰਮੈਂਟ ਦਾ ਨੁਮਾਇੰਦਾ ਸੀ ਗੁਲਾਮ ਮੋਹੀਉਦੀਨ। ਗੁਲਾਮ ਮੋਹੀਉਦੀਨ ਨੇ ਇੱਕ ਰਿਪੋਰਟ ਕੀਤੀ ਸੀ ਉੱਪਰ ਸੈਂਟਰਲ ਗੌਰਮੈਂਟ ਨੂੰ, ਉਹਦੇ ਵਿੱਚ ਉਹ ਕਹਿੰਦਾ 20,000 ਬੰਦੇ ਨੇ ਅੰਮ੍ਰਿਤ ਛਕਿਆ ਸੀ ਉੱਥੇ। 20,000 ਬੰਦੇ ਨੇ ਅੰਮ੍ਰਿਤ ਛਕਿਆ ਸੀ ਉਸ ਵੇਲੇ, ਜਾਨੀ ਉਹਦੇ ਵਿੱਚ 20,000 ਬੰਦਾ ਜਿਹੜਾ ਸੀ ਉਹ ਰੈਡੀ ਹੋ ਗਿਆ ਸੀ ਵੀ ਅਸੀਂ ਲੜਨ ਮਰਨ ਲਈ ਤਿਆਰ ਹਾਂ, ਸਾਨੂੰ ਤਿਆਰ ਕਰੋ। ਅੱਛਾ, ਹੁਣ ਉਹ ਗੱਲ ਫੇਰ ਮੈਂ ਕਰ ਦੇਵਾਂ, ਆਪਣੇ ਕੋਲ 2-4 ਮਿੰਟ ਹੈਗੇ ਆ, ਉਹ ਮੈਂ ਗੱਲ ਕਰ ਦੇਵਾਂ ਵੀ ਇਹ ਜਿਹੜੀ ਲੜਾਈ ਉਸ ਸਮੇਂ ਗੁਰੂ ਸਾਹਿਬ ਨੇ ਛੇੜੀ, ਇਹ ਕੱਲੀ ਭੂਪ ਗਰੀਬਨ ਕੋ ਇੱਦਾਂ ਕਹਿ ਲਾਓ ਵੀ ਉਹਨੇ ਸਾਰੇ ਮਜ਼ਾਰੇ ਜਿਹੜੇ ਸੀ ਉਹ ਇਕੱਠੇ ਕੀਤੇ। ਹੁਣ ਉਹ 80,000 ਸਿੱਖ ਨਹੀਂ ਸੀ ਉੱਥੇ ਸਾਰੇ ਆਏ ਹੋ, ਸਿੱਖ ਤਾਂ ਇਹੀ ਗਿਣਤੀ ਹੈ ਨਾ ਸੀ ਉਸ ਵੇਲੇ, ਸਿੱਖਾਂ ਦੀ ਗਿਣਤੀ ਕਿਸੇ, ਪਰ ਉਹ ਸਾਰੇ ਬੰਦੇ ਜਿਹੜੇ ਜ਼ਮੀਨਾਂ ਦੇ ਕੰਮ ਕਰਦੇ ਸੀ ਜ਼ਮੀਨਾਂ ਦੇ ਉੱਪਰ, ਪਰ ਜ਼ਮੀਨਾਂ ਦੇ ਮਾਲਕ ਨਹੀਂ ਸੀ। ਉਹਨਾਂ ਨੂੰ ਜਿਸ ਵੇਲੇ ਇਹ ਦੱਸਿਆ ਗਿਆ ਵੀ ਇਹ ਜਿਹੜੀ ਹੈਗੇ ਲੈਂਡ ਟੂ ਦਾ ਟਿਲਰ, ਇਹ ਜ਼ਮੀਨ ਤਾਂ ਤੁਹਾਡੀ ਆ, ਮਾਲਕ ਤਾਂ ਤੁਸੀਂ ਉਹ ਆ ਜਿਹੜੇ ਬਹੁੰਦੇ ਆ, ਉਹ ਫਿਰ ਸਾਰੇ ਆਏ ਉੱਥੇ ਜੀ। ਔਰ ਉਹਨੇ ਫਿਰ ਸੰਘਰਸ਼ ਕੀਤਾ ਗਾਹਾਂ ਜਾ ਕੇ, ਬੰਦੇ ਬਹਾਦਰ ਦੇ ਟਾਈਮ ਦੇ ਵਿੱਚ ਉਹਨੇ ਫਿਰ ਜਾ ਕੇ ਉਹ ਜ਼ਮੀਨਾਂ 'ਤੇ ਕਬਜ਼ੇ ਕਰਕੇ, ਤਾਂ ਹੀ ਹੁਣ ਪੰਜਾਬ ਦੇ ਆ ਸਾਰੇ ਜਿਹੜੇ ਅਸੀਂ ਇੱਥੇ ਵੀ ਬੈਠੇ ਹਾਂ 2-2 4-4 10-10 ਏਕੜ ਲੈ ਕੇ ਬੈਠੇ ਹਾਂ, ਇਹ ਉਸ ਚੀਜ਼ ਦੀ, ਇਹ ਖਾਲਸੇ ਦੀ ਕ੍ਰੀਏਸ਼ਨ ਦਾ ਰਿਜ਼ਲਟ ਆ। ਪਏ ਅਤੇ ਮਜ਼ਾਰੇ ਜਿਹੜੇ ਆ ਜ਼ਿਮੀਂਦਾਰ ਬਣੇ ਹੋਏ ਆ, ਚਾਹੇ ਬਾਅਦ ਦੇ ਵਿੱਚ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਉਹਨੇ ਕੁਝ ਜ਼ਮੀਨਾਂ ਵਾਪਸ ਵੀ ਲੈ ਲਈਆਂ, ਨਵੇਂ ਜਗੀਰਦਾਰ ਪੈਦਾ ਹੋ ਗਏ, ਪਰ ਜੇ ਉਸੇ ਸਮੇਂ ਦੇ ਇਤਿਹਾਸ ਦੇਖਿਆ ਜਾਵੇ ਤਾਂ ਉਸ ਸਮੇਂ ਦੇ ਜਿਹੜੇ ਸਾਰੇ ਜਿਹੜੇ ਮਜ਼ਾਰੇ ਸੀਗੇ ਉਹਨੇ ਕਬਜ਼ੇ ਕੀਤੇ ਫਿਰ ਜ਼ਮੀਨਾਂ ਦੇ ਉੱਤੇ। ਕਬਜ਼ੇ ਕਾਹਦੇ ਨਾਲ ਕੀਤੇ? ਗੁਰੂ ਸਾਹਿਬ ਦੇ ਫਲਸਫੇ ਨੂੰ ਲੈ ਕੇ ਕੀਤੇ, ਗੁਰੂ ਸਾਹਿਬ ਦੇ ਬੀਜ ਬੋਏ ਨੂੰ ਲੈ ਕੇ ਕੀਤੇ। ਉਹ ਬੰਦੇ ਦੀ ਬਹਾਦਰ ਦੀ ਲੜਾਈ ਸੀਗੀ ਉਸ ਵੇਲੇ, ਜਦ ਲੋਕ ਹਥਿਆਰਬੰਦ ਹੋ ਕੇ ਲੜੇ ਆਪਣੇ ਹੱਕਾਂ ਦੇ ਲਈ, ਆਪਣੀਆਂ ਜ਼ਮੀਨਾਂ ਕਾਬੂ ਕੀਤੀਆਂ ਜਾ ਕੇ ਔਰ ਉੱਤੇ ਰਾਜ ਕਰਨ ਲੱਗੇ। ਈਵਨ ਵਾਰਸ਼ਾਹ ਦੇ ਵਿੱਚ ਵੀ ਰੈਫਰੈਂਸ ਹੈਗਾ ਇੱਦਾਂ ਦੇ, ਜਦੋਂ ਘਰ ਘਰ ਬਣੇ ਸਰਦਾਰ ਮੀਆਂ, ਫਿਰ ਜ਼ਮੀਨਾਂ ਦੇ ਮਾਲਕ ਬਣ ਗਏ ਫਿਰ ਲੋਕ ਜਿਹੜੇ ਹੈਗੇ ਜਾ ਕੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਆ ਵਿਰਸਾ ਆ ਸਿੱਖੀਜ਼ਮ ਦਾ। ਸੋ ਸਿੱਖੀਜ਼ਮ ਦੇ ਵਿਰਸੇ 'ਤੇ ਤਾਂ ਬਹੁਤ ਗੱਲ ਕੀਤੀ ਜਾ ਸਕਦੀ ਆ, ਪਰ ਮੇਰਾ ਖਿਆਲ ਜਿੰਨਾ ਕੁ ਮੈਨੂੰ ਪਤਾ ਉਹਨਾਂ ਕੁ ਮੈਂ ਦੱਸ ਦਿੰਦਾ ਹੁੰਦਾ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਸਰ, ਸ਼ੁਕਰੀਆ।